ਨਵਸਵੇ ਟੀਵੀ ਨਾਲ ਸਾਂਝ ਪਾ ਰਹੇ ਸਭ ਦਰਸ਼ਕਾਂ ਨੂੰ ਮੇਰੇ ਨਵਨੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਮੌਜੂਦਾ ਸਮੇਂ 'ਚ ਕੈਨੇਡਾ 'ਚ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ। ਜਿੱਥੇ ਉਹਨਾਂ ਨੇ ਸਖਤ ਮਿਹਨਤ ਨਾਲ ਆਪਣੇ ਪੈਰ ਪੱਕੇ ਕੀਤੇ ਹਨ, ਉੱਥੇ ਹੀ ਪੰਜਾਬ ਦੀ ਚੜ੍ਹਦੀ ਕਲਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਅੱਜ ਕੈਨੇਡਾ ਪੰਜਾਬੀਆਂ ਦੇ ਬਿਜ਼ਨਸਾਂ ਵਿੱਚ ਹੀ ਨਹੀਂ, ਪ੍ਰਸ਼ਾਸਨ ਅਤੇ ਕੈਨੇਡੀਅਨ ਸਿਆਸਤ ਵਿੱਚ ਵੀ ਆਪਣੀ ਜ਼ਿਕਰਯੋਗ ਹਾਜ਼ਰੀ ਲਗਵਾ ਰਿਹਾ ਹੈ। ਪਰ ਪੰਜਾਬੀਆਂ ਦਾ ਕੈਨੇਡਾ ਵਿੱਚ ਰਾਹ ਇੰਨਾ ਸੁਖਾਲਾ ਨਹੀਂ ਰਿਹਾ। ਅਸੀਂ ਇਤਿਹਾਸ ਵਿੱਚ ਕਾਮਾਗਾਟਾ ਮਾਰੂ ਬਾਰੇ ਵੀ ਪੜ੍ਹਦੇ ਹਾਂ ਤੇ ਉਹਨਾਂ ਵੇਲਿਆਂ 'ਚ ਪੰਜਾਬੀਆਂ ਨੂੰ ਕਿੰਨੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ ਤੇ ਨਸਲੀ ਵਿਤਕਰੇ ਦਾ ਤਸ਼ੱਦਦ ਵੀ ਝੱਲਣਾ ਪਿਆ। ਮੈਨੀਟੋਬਾ ਵਿੱਚ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਦੇ ਪ੍ਰਵਾਸੀ 50 ਸਾਲ ਦਾ ਇਤਿਹਾਸ ਆਪਣੇ ਸੀਨੇ ਅੰਦਰ ਸਾਂਭੀ ਬੈਠੇ ਹਨ ਤੇ ਅਸੀਂ ਕੋਸ਼ਿਸ਼ ਸ਼ੁਰੂ ਕਰਨ ਜਾ ਰਹੇ ਹਾਂ ਕਿ ਉਹਨਾਂ ਨਾਲ ਮੁਲਾਕਾਤਾਂ ਕਰਕੇ ਉਹ ਤੁਹਾਡੇ ਸਾਹਮਣੇ ਪੇਸ਼ ਕਰੀਏ। ਸਭ ਤੋਂ ਪਹਿਲੀ ਮੁਲਾਕਾਤ ਅਸੀਂ ਪੰਜਾਬੀ ਪਾਇਨੀਅਰ ਸੰਸਥਾ ਦੇ ਬਲਦੇਵ ਸਿੰਘ ਬੇਦੀ ਜੀ ਨਾਲ ਕਰਨ ਜਾ ਰਹੇ ਹਾਂ, ਜੋ ਕਿ ਮੈਨੀਟੋਬਾ ਦੇ ਮੁੱਢਲੇ ਪੰਜਾਬੀਆਂ ਵਿੱਚੋਂ ਇੱਕ ਹਨ। ਹਾਂਜੀ, ਬਲਦੇਵ ਸਿੰਘ ਬੇਦੀ ਜੀ, ਬਹੁਤ-ਬਹੁਤ ਧੰਨਵਾਦ ਜੀ ਸਮਾਂ ਦੇਣ ਵਾਸਤੇ। ਸਵਾਗਤ ਹੈ ਜੀ ਨਵਸਵੇ ਟੀਵੀ ਦੇ ਮੰਚ ਤੇ ਤੁਹਾਡਾ। ਥੈਂਕ ਯੂ ਨਵਨੀਤ ਜੀ। ਨਵਸਵੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ ਜੀ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਵੀ ਤੁਸੀਂ ਆਪਣੀ ਫੈਮਿਲੀ, ਆਪਣੇ ਪਿਛੋਕੜ ਪੰਜਾਬ ਬਾਰੇ ਦੱਸੋ। ਹਾਂਜੀ, ਮੈਂ ਪਿੱਛੇ ਮੋਗਾ ਸ਼ਹਿਰ ਦੇ ਨੇੜੇ ਪਿੰਡ ਮਹਿਣਾ ਨੂੰ ਬਿਲੋਂਗ ਕਰਦਾ ਹਾਂ ਤੇ ਮੇਰਾ ਬਚਪਨ ਪਿੰਡ ਦੇ ਵਿੱਚ ਹੀ ਗੁਜ਼ਰਿਆ। 5ਵੀਂ ਜਮਾਤ ਤੱਕ ਪਿੰਡ ਪੜ੍ਹੇ, 10ਵੀਂ ਜਮਾਤ ਤੱਕ ਪਿੰਡ ਪੜ੍ਹੇ। ਉਸ ਤੋਂ 2 ਸਾਲ ਫਿਰ ਮੋਗੇ ਡੀਐਮ ਕਾਲਜ ਦੇ ਵਿੱਚ ਤੇ ਉਸ ਟਾਈਮ ਦੇ ਉੱਤੇ ਢੁੱਡੀਕੇ ਕਾਲਜ ਦੇ ਵਿੱਚ ਨਵਾਂ ਕਾਲਜ ਬਣਿਆ ਸੀਗਾ। ਉੱਥੇ ਫਿਰ ਉੱਥੋਂ ਮੈਂ BA ਆਨਰਸ ਕੀਤੀ ਤੇ ਢੁੱਡੀਕੇ ਪੜ੍ਹਨ ਤੋਂ ਬਾਅਦ ਫਿਰ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਕਨੋਮਿਕਸ ਦੇ ਵਿੱਚ ਮਾਸਟਰਸ ਕੀਤੀ ਹੈ, ਜਿਹੜੀ ਮੇਰੀ 1972 ਦੇ ਵਿੱਚ ਕੰਪਲੀਟ ਹੋਈ ਸੀ। ਵੈਰੀ ਗੁੱਡ। ਤੇ ਮੈਨੂੰ ਲੱਗਦਾ ਉਸੇ ਸਾਲ ਹੀ ਤੁਸੀਂ ਕੈਨੇਡਾ ਆਉਂਦੇ ਹੋ। ਹਾਂਜੀ, 1972 ਦੇ ਵਿੱਚ ਹੀ। ਮਤਲਬ ਅੱਛੀ ਯੂਨੀਵਰਸਿਟੀ, ਬੜੀ ਰਿਪਿਊਟਡ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੋਂ ਹਾਈਲੀ ਕੁਆਲੀਫਾਈਡ ਹੋ ਕੇ ਫਿਰ ਇੱਥੇ ਆਉਣ ਦਾ ਜਿਹੜਾ ਗੱਲ ਹੈ ਉਧਰ ਨੂੰ ਤੁਰ ਪਈਏ ਵੀ ਸਬੱਬ ਕਿਸ ਤਰ੍ਹਾਂ ਬਣਿਆ ਵੀ ਕੈਨੇਡਾ ਵੱਲ ਨੂੰ ਆਉਣ ਦਾ, ਕਿਵੇਂ ਤੁਹਾਡਾ ਸਾਰਾ ਪ੍ਰੋਗਰਾਮ ਬਣਿਆ? ਜੀ, ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਵੀ ਜੋ ਕੁਝ ਵੀ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ ਉਸ ਤਰ੍ਹਾਂ ਹੀ ਹੁੰਦਾ ਹੈ, ਪਰ ਇਨਸਾਨ ਆਪਣੀਆਂ ਸਕੀਮਾਂ ਘੜਦਾ ਰਹਿੰਦਾ ਹੈ। ਕੋਇਨਸੀਡੈਂਟਲੀ ਢੁੱਡੀਕੇ ਕਾਲਜ ਤੋਂ ਮੈਂ ਪਹਿਲਾ ਐਸਾ ਸਟੂਡੈਂਟ ਸੀ ਜਿਹਨੇ ਮਾਸਟਰਸ ਪਾਸ ਕੀਤੀ ਸੀਗੀ ਤੇ ਉਸ ਕਾਲਜ ਦੀ ਮੈਨੂੰ ਇੱਕ ਆਪਣੇ ਵੱਲੋਂ ਪੇਸ਼ਕਸ਼ ਸੀ ਕਿ ਜਦੋਂ ਤੂੰ MA ਕਰਕੇ ਆਏਗਾ ਤੇਰੀ ਪਹਿਲੀ ਜੌਬ ਇੱਥੇ ਹੋਏਗੀ ਐਜ਼ ਅ ਪ੍ਰੋਫੈਸਰ। ਵੈਰੀ ਗੁੱਡ। ਪਰ ਇਨ ਦ ਮੀਨ ਟਾਈਮ ਮੇਰਾ ਕੁਝ ਸੰਪਰਕ ਐਸੇ ਲੋਕਾਂ ਨਾਲ ਹੋਇਆ ਜਿਹੜੇ ਇੱਥੇ ਬਾਹਰ ਆ ਰਹੇ ਸੀਗੇ ਤੇ ਉਹਨਾਂ ਲੋਕਾਂ ਨਾਲ ਜੋ ਗੱਲਬਾਤ ਕੀਤੀ ਤੇ ਮੈਂ ਮੋਗੇ ਕਿਸੇ ਨਾਲ ਸਲਾਹ ਕੀਤੀ ਏਜੰਟ ਦੇ ਨਾਲ, ਜਿਹੜਾ ਮੇਰਾ ਫਰੈਂਡ ਵੀ ਸੀਗਾ, ਵਾਕਫ ਸੀਗਾ, ਗੋਇਲ ਟਰੈਵਲਸ ਵਾਲੇ। ਉਹਨੇ ਮੈਂ ਕਿਹਾ, ਉਹ ਕਹਿੰਦੇ ਵੀ ਜੇ ਤੂੰ ਇਸ ਤਰ੍ਹਾਂ ਨਾਲ ਆਪਣੇ ਭਵਿੱਖ ਬਾਰੇ ਸੋਚਦਾ ਹੀ ਹੈ, ਜਿਹੜੀ ਪੜ੍ਹਾਈ ਤੂੰ ਇੱਥੇ ਰਹਿ ਕੇ ਕੀਤੀ ਹੈ ਤੇ ਇੱਥੇ ਤੂੰ ਆਪਣੀ ਤਰੱਕੀ ਕਰਨੀ ਮੰਗਦਾ ਹੈ, ਇੱਥੇ ਆਪਣੇ ਐਜ਼ ਏ ਜੌਬ ਕਰਕੇ ਪ੍ਰੋਫੈਸਰ ਦੀ, ਤੂੰ ਉੱਥੇ ਜਾ ਕੇ ਪੜ੍ਹਾਈ ਵੀ ਕਰ ਸਕਦਾ, ਇਹ ਕੰਮ ਉੱਥੇ ਜਾ ਕੇ ਵੀ ਕਰ ਸਕਦਾ ਤੇ ਐਟਲੀਸਟ ਤੇਰੇ ਵਾਸਤੇ ਬਹੁਤ ਅਪਰਚੂਨਿਟੀਜ਼ ਹੋਣਗੀਆਂ। ਹਾਂਜੀ। ਤੇ ਘਰਦਿਆਂ ਦਾ ਰਿਸਪੌਂਸ ਕਿੱਦਾਂ ਦਾ ਸੀ ਵੀ ਆਪਣੇ ਬੱਚੇ ਨੂੰ ਭੇਜਣਾ ਮਾਂ ਪਿਓ ਲਈ ਉੱਥੇ ਪੜ੍ਹਾਉਣ ਤੋਂ ਬਾਅਦ? ਕੀ ਖੁਸ਼ ਸੀ ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਰਿਸਪੌਂਸ ਰਿਹਾ? ਇਹ ਜੀ ਇੱਕ ਬੜਾ ਵੱਡਾ ਸੀਕਰਟ ਸੀ, ਮੈਂ ਖੋਲ ਹੀ ਦਿੰਦਾ ਹੈ। ਮੈਂ ਆਪਣੇ ਪੇਰੈਂਟਸ ਨੂੰ ਨਹੀਂ ਸੀ ਦੱਸਿਆ ਕਿ ਮੈਂ ਬਾਹਰ ਜਾਣਾ ਹੈਗਾ। ਮੈਨੂੰ ਪਤਾ ਸੀ ਮੇਰੇ ਮਾਤਾ ਜੀ ਨੇ ਬਹੁਤ ਜ਼ਿਆਦਾ ਪਹਿਲੇ ਹੀ ਵਿਰਾਗ ਕਰਨ ਲੱਗ ਜਾਣਾ ਤੇ ਫਿਰ ਉਹ ਜਦੋਂ ਆਂਢ ਗੁਆਂਢ ਪਤਾ ਲੱਗ ਜਾਂਦਾ ਵੀ ਇਹਨੇ ਜਾਣਾ ਹੈਗਾ ਤੇ ਮੇਰੇ ਚਾਚਾ ਜੀ ਸੀਗੇ ਜਿਨ੍ਹਾਂ ਨੇ ਸਾਰਾ ਮੇਰਾ ਇੰਤਜ਼ਾਮ ਕੀਤਾ, ਜਿਹੜੇ ਪੈਸਿਆਂ ਦਾ ਇੰਤਜ਼ਾਮ ਕੀਤਾ ਮੇਰੇ ਵਾਸਤੇ, ਤੇ ਉਹਨਾਂ ਨਾਲ ਗੱਲਬਾਤ ਮੇਰੀ ਸਾਰੀ ਹੋ ਗਈ। ਮੈਂ ਆਪਣੀ ਪੇਰੈਂਟਸ ਨੂੰ, ਅਤੇ ਮੰਮੀ ਤੇ ਡੈਡੀ ਨੂੰ ਇੱਕ ਰਾਤ ਪਹਿਲਾਂ ਦੱਸਿਆ ਕਿ ਮੈਂ ਕੱਲ ਕੈਨੇਡਾ ਜਾਣਾ, ਤੇ ਉਹ ਸਾਰੀ ਰਾਤ ਹੀ ਰੋਂਦੇ ਰਹੇ ਸੀ। ਉਹ ਨੈਚੁਰਲੀ ਹੈ। ਹਾਂਜੀ। ਦੂਸਰੇ ਪਾਸੇ ਦੂਜਾ ਉਹਦਾ ਕਾਰਨ ਇਹ ਵੀ ਸੀਗਾ ਕਿ ਉਦੋਂ ਜਦੋਂ ਅਸੀਂ ਇੱਥੇ ਆ ਰਹੇ ਸੀਗੇ ਕੈਨੇਡਾ, ਉਸ ਟਾਈਮ ਤੇ ਕੈਨੇਡਾ ਦੇ ਵਿੱਚ ਆਉਣਾ ਇੱਕ ਰਿਸਕ ਵੀ ਸੀਗਾ, ਜਿਸ ਤਰ੍ਹਾਂ ਹੁਣ ਵੀ ਹਰ ਜਗ੍ਹਾ ਹਮੇਸ਼ਾ ਹੀ ਹੁੰਦਾ ਹੈ ਕਿ ਇਹ ਇੱਕ ਸਪੈਕੂਲੇਸ਼ਨ ਸੀਗੀ। ਕੈਨੇਡਾ ਆਉਣ ਦਾ ਜਿਹੜਾ ਉਸ ਟਾਈਮ ਦਾ ਸਿਸਟਮ ਸੀਗਾ ਉਹ ਇਹ ਸੀਗਾ ਕਿ ਇੱਥੇ ਵੀਜ਼ਾ ਔਨ ਅਰਾਈਵਲ ਸੀ, ਅਗਰ ਇੱਥੋਂ ਆ ਕੇ ਮੋੜ ਦਿੱਤਾ ਗਿਆ ਤੇ ਮੁੜ ਕੇ ਬਾਅਦ ਚ ਬੇਇੱਜ਼ਤੀ ਮਹਿਸੂਸ ਕਰੀਦੀ ਹੈ, ਇਸ ਕਰਕੇ ਥੋੜਾ ਬਹੁਤਾ ਚੁੱਪ ਗੜੁੱਪੀ ਰੱਖਣੀ ਪਈ ਸੀਗੀ। ਸੋ ਆਉਣ ਦਾ ਸਬੱਬ ਐਸਾ ਬਣਿਆ ਕਿ ਮੇਰੇ ਜਿਹੜੇ ਵਾਕਫ ਸੀਗੇ ਜਾਂ ਮੇਰੇ ਦੋਸਤ ਮਿੱਤਰ ਸੀਗੇ, ਉਹ ਤੋਂ ਪਤਾ ਲੱਗਾ ਕਿ ਕੈਨੇਡਾ 'ਚ ਆਹ ਸਿਸਟਮ ਹੈਗਾ,
ਉਸ ਸਿਸਟਮ ਬਾਰੇ ਮੈਂ ਡਿਟੇਲ ਦੱਸ ਸਕਦਾ ਹਾਂ ਜੇ ਤੁਹਾਨੂੰ ਚਾਹੁੰਦੇ ਹੋ ਤਾਂ। ਬਿਲਕੁਲ, ਹਾਂਜੀ। ਕਿ ਮੈਂ ਉਹੀ ਪੁੱਛਣਾ ਚਾਹੁੰਦੀ ਸੀ ਵੀ ਤੁਹਾਡੇ ਤੋਂ ਪਹਿਲਾਂ ਤੁਹਾਡੇ ਕੋਈ ਦੋਸਤ ਇੱਥੇ ਪਹੁੰਚ ਚੁੱਕੇ ਸੀ, ਕਿਉਂਕਿ ਉੱਥੋਂ ਦਾ ਟਰੈਵਲ ਏਜੰਟ ਨੇ ਤੁਹਾਨੂੰ ਗਾਈਡ ਕਰ ਦਿੱਤਾ ਵੀ ਜਦੋਂ ਤੁਸੀਂ ਇੱਥੇ ਆਉਂਦੇ ਹੋ ਕਿ ਤੁਹਾਡੀ ਹੈਲਪ ਕਰਨ ਨੂੰ ਪਹਿਲਾਂ ਹੀ ਆਲਰੇਡੀ ਫਰੈਂਡਸ ਵਗੈਰਾ ਇੱਥੇ ਸੀਗੇ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਹਾਂਜੀ, ਮੇਰੇ ਇੱਕ ਦੋਸਤ ਸੀਗੇ ਜੋ ਥੌਮਸਨ ਚ ਰਹਿੰਦੇ ਸੀਗੇ, ਉਹਨਾਂ ਦਾ ਨਾਮ ਸੀ ਦਰਸ਼ਨ ਸਿੰਘ ਗਿੱਲ ਜੀ। ਉਹਨਾਂ ਨਾਲ ਮੇਰੀ ਫੋਨ ਤੇ ਸੰਪਰਕ ਹੋਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਹ ਸਿਸਟਮ ਹੈਗਾ ਇੱਥੇ ਕਿ ਤੁਸੀਂ ਕੈਨੇਡਾ ਆ ਸਕਦੇ ਹੋ ਸੈਰ ਕਰਨ ਵਾਸਤੇ ਐਜ਼ ਅ ਵਿਜ਼ਿਟਰ। ਅਗਰ ਤੁਸੀਂ ਲਾਈਕ ਕਰਦੇ ਹੋ, ਤੁਸੀਂ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਹੈ ਕਿ ਤੁਸੀਂ ਇੱਥੇ ਪੀਆਰ ਵਾਸਤੇ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ। ਦੂਸਰਾ ਜਿਹੜਾ ਮੇਰੇ ਏਜੰਟ ਵਾਕਫ ਸੀ, ਫਰੈਂਡ ਸੀਗੇ, ਉਹਨਾਂ ਨੇ ਵੀ ਸੇਮ ਮੈਨੂੰ ਇਨਫੋਰਮੇਸ਼ਨ ਦਿੱਤੀ। ਪਰ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਐਸੇ ਫੈਕਟਰ ਸੀਗੇ ਜੋ ਸਾਨੂੰ ਕੰਸੀਡਰ ਕਰਨੇ ਪੈਣੇ ਸੀਗੇ ਕਿ ਅਸੀਂ ਜਾਣਾ ਹੈਗਾ ਤੇ ਅਸੀਂ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ। ਉਹਨਾਂ ਚੀਜ਼ਾਂ ਬਾਰੇ ਸਾਨੂੰ ਫਿਰ ਜੋ ਏਜੰਟ ਨੇ ਸੀ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਕਿਸ ਤਰੀਕੇ ਨਾਲ ਤੁਸੀਂ ਜਾਣਾ ਹੈ। ਉਸ ਹਿਸਾਬ ਨਾਲ ਅਸੀਂ ਇੱਥੇ ਫਿਰ ਆਏ ਜੀ। ਤੇ ਚਲੋ ਫਰੈਂਡ ਤੁਹਾਡੇ ਹੈਗੇ ਸੀ, ਕਿੰਨੀ ਕੁ ਹੈਲਪ ਉਹਨਾਂ ਨੇ ਕੀਤੀ ਆਉਂਦਿਆਂ? ਕਿ ਕੋਈ ਕੰਮ ਦਵਾਇਆ ਜਾਂ ਕੰਮ ਮਿਲਣਾ ਕਿੰਨਾ ਔਖਾ ਸੀ ਉਸ ਸਮੇਂ? ਚਲੋ ਲੈਂਗੁਏਜ ਦੀ ਤਾਂ ਮੰਨ ਲਿਆ ਤੁਹਾਨੂੰ ਨਹੀਂ ਪ੍ਰੋਬਲਮ ਹੋਵੇਗੀ, ਤੇ ਕੰਮ ਦੀ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸੀਗੀਆਂ? ਲੈਂਗੁਏਜ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਰਾਦਰ ਮੈਂ ਉਸ ਟਾਈਮ ਦੇ ਉੱਤੇ ਕਈ ਲੋਕਾਂ ਦੀ ਇੰਟਰਪ੍ਰੀਟਿੰਗ ਕਰਕੇ ਹੈਲਪ ਵੀ ਕਰਦਾ ਹੁੰਦਾ ਸੀ, ਕਿਉਂਕਿ ਸਾਡਾ ਮੀਡੀਅਮ ਜਿਹੜਾ ਆਫ ਇੰਸਟਰਕਸ਼ਨ ਹੈ ਚੰਡੀਗੜ੍ਹ ਇੰਗਲਿਸ਼ ਹੁੰਦਾ ਸੀਗਾ। ਜਿੱਥੋਂ ਤੱਕ ਤਾਲਕ ਹੈ ਦੋਸਤਾਂ ਦੀ ਹੈਲਪ ਕਰਨ ਦਾ, ਉਹਦੇ ਬਾਰੇ ਮੈਂ ਡਿਟੇਲ ਚ ਬਾਅਦ ਦੱਸ ਦੇਵਾਂਗਾ। ਪਰ ਉਸ ਟਾਈਮ ਇਹ ਕੰਮ ਲੱਭਣ ਨਾਲੋਂ ਜ਼ਿਆਦਾ ਇੰਪੋਰਟੈਂਟ ਲੱਗਦਾ ਸੀ ਕਿ ਸਾਨੂੰ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਅਸੀਂ ਕਿਸ ਤਰੀਕੇ ਨਾਲ ਉਸ ਹਰਡਲ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਜੀ। ਕਿਉਂਕਿ ਉਸ ਟਾਈਮ ਤੇ ਗੂਗਲ ਤੇ ਹੈ ਕੋਈ ਨਹੀਂ ਸੀ, ਜਿੰਨੀ ਵੀ ਇਨਫੋਰਮੇਸ਼ਨ ਮਿਲਦੀ ਸੀਗੀ ਉਹ ਅਸੀਂ ਇੱਕ ਦੂਜੇ ਤੋਂ ਆਮ ਜਿਵੇਂ ਮਾਊਥ ਟੂ ਮਾਊਥ ਇਨਫੋਰਮੇਸ਼ਨ ਮਿਲਦੀ ਸੀ। ਤੇ ਜਿੰਨੇ ਵੀ ਇੱਥੇ ਕੋਈ ਦੋਸਤ ਮਿੱਤਰ ਸੀਗੇ ਜਾਂ ਹੋਰ ਕੋਈ ਜਿਹੜੇ ਜਾਣਕਾਰ ਸੀ, ਉਹ ਇੱਕ ਦੂਜੀ ਹੈਲਪ ਕਰਦੇ ਸੀ ਕਿ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ, ਫਾਰਮ ਭਰਨੇ ਨੇ ਜਾਂ ਉੱਥੇ ਪਹੁੰਚਣਾ ਹੈ, ਇਮੀਗ੍ਰੇਸ਼ਨ ਨਾਲ ਗੱਲਬਾਤ ਕਰਨੀ ਹੈ। ਬਾਕੀ ਜਿਹੜੇ ਲੋਕ ਪਹਿਲਾਂ ਸਾਡੇ ਮੇਰੇ ਫਰੈਂਡ ਸੀਗੇ ਜਾਂ ਹੋਰ ਵੀ ਲੋਕਾਂ ਦੇ ਫਰੈਂਡ ਇੱਥੇ ਆਏ ਸੀਗੇ, ਮਦਦ ਉਹਨੇ ਕੀਤੀ ਹੈ, ਤੇ ਨੋ ਡਾਊਟ। ਠੀਕ ਹੈ ਜੀ। ਤੁਸੀਂ 1972 ਤੋਂ ਆਏ, 1972 ਚ ਇੱਥੇ ਵਿਨੀਪੈਗ ਆਉਂਦੇ ਹੋ, ਤੇ ਉਸ ਤੋਂ ਪਹਿਲਾਂ ਜਿਹੜਾ ਕੋਈ ਪੰਜਾਬੀ ਮੁੱਢਲੇ ਕਹਿ ਸਕਦੇ ਹਾਂ, ਉਹ ਲੱਗਦਾ ਤੁਹਾਨੂੰ ਵੀ ਕਿੰਨਾ ਕੁ ਸਮਾਂ ਪਹਿਲਾਂ ਇੱਥੇ ਆਏ ਹੋ ਸਕਦੇ ਆ? ਕਿਉਂਕਿ BC ਬਾਰੇ ਤਾਂ ਅਸੀਂ ਜਾਣਦੇ ਹੀ ਹਾਂ ਕਿ ਪਹਿਲੇ ਪੰਜਾਬੀ ਜਿਹੜੇ ਸਨ ਮੁੱਢ ਕਦੀਮ ਚ ਆਪਣੇ ਉਹ ਉੱਥੇ ਪਹੁੰਚੇ ਸਨ, ਪਰ ਇੱਥੇ ਕਦੋਂ ਤੱਕ ਪਹੁੰਚੇ ਉਹਦੇ ਬਾਰੇ ਕੋਈ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ? ਦੇਖੋ ਜੀ, ਮੈਂ ਖੁਦ 1972 ਚ ਆਇਆ, ਪਰ ਜਦੋਂ ਮੈਂ ਆਇਆ ਉਦੋਂ ਮੇਰੇ ਵਾਕਫ ਅਤੇ ਮੇਰੇ ਜਾਂ ਹੋਰ ਸਾਡੇ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਜਿਹੜੇ ਲੋਕ ਸੀਗੇ, ਉਹ ਤਕਰੀਬਨ 50-60 ਇਸ ਤਰ੍ਹਾਂ ਦੇ ਇਨਸਾਨ ਮੈਨੂੰ ਇੱਥੇ ਮਿਲ ਗਏ ਸੀ। ਮੈਂ ਦੋਸਤ ਹੀ ਕਹਿ ਸਕਦਾ ਹਾਂਜੀ, ਇੱਕ ਦੋਸਤ ਬਣ ਗਏ ਕੁਛ ਇੱਥੇ ਆ ਕੇ। ਵੈਸੇ ਉਸ ਟਾਈਮ ਤੇ ਕੁਛ ਐਸੇ ਲੋਕ ਸੀ ਜਿਹੜੇ ਪਹਿਲਾਂ ਤਾਂ ਆਏ ਹੋਏ ਸਨ, ਉਹਨਾਂ ਬਾਰੇ ਸਾਨੂੰ ਜਾਣਕਾਰੀ ਹੌਲੀ ਹੌਲੀ ਪਤਾ ਲੱਗਦੀ ਰਹੀ। ਪਰ ਹੁਣ ਸਾਨੂੰ ਇਹ ਪਤਾ ਲੱਗਿਆ ਹੈ ਕਿ ਸਭ ਤੋਂ ਪਹਿਲਾਂ ਜੋ ਇੱਥੇ ਸੱਜਣ ਆਏ ਨੇ, ਜਿਨ੍ਹਾਂ ਦੀ ਫੈਮਿਲੀ ਹਜੇ ਹੁਣ ਇਸ ਵੇਲੇ ਇੱਥੇ ਨੋਨ ਹੈਗੀ ਆ, ਉਹ 1959 ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਭੰਗੂਰੇ ਆਏ ਸੀਗੇ, ਤੇ ਉਹਨਾਂ ਦਾ ਪਰਿਵਾਰ ਉਹਨੇ ਫਿਰ ਆਪਣੇ ਬੱਚੇ ਬੁਲਾਏ 1966 ਦੇ ਵਿੱਚ ਆ ਕੇ। ਠੀਕ ਹੈ ਜੀ। ਅੱਗੋਂ ਫਿਰ 1965 ਚ ਉਹਨਾਂ ਦਾ ਦਾਮਾਦ ਸੰਧੂ ਸਾਹਿਬ ਸੀਗੇ, ਉਹ ਆਏ ਨੇ। ਠੀਕ ਹੈ ਜੀ। ਤੇ ਇਨ ਦ ਮੀਨ ਟਾਈਮ ਮੋਹਨ ਸਿੰਘ ਮੱਲੀ, ਸਰ ਹਾਕਮ ਸਿੰਘ, ਡਾਕਟਰ ਹਰਚੰਦ ਸਿੰਘ ਬਰਾੜ, ਮਹਿੰਦਰ ਸਿੰਘ ਗਾਂਧੀ, ਗੁਰਸ਼ਰਨ ਸਿੰਘ ਭਾਟੀਆ, ਸਰ ਕਨਈਆ ਸਿੰਘ, ਇਹਨਾਂ ਜਾਂ ਸਰ ਮਹਿੰਦਰ ਸਿੰਘ ਢਿੱਲੋਂ, ਇਹਨਾਂ ਲੋਕਾਂ ਬਾਰੇ ਸਾਨੂੰ ਪਤਾ ਲੱਗ ਚੁੱਕਾ ਸੀ ਕਿ ਇੱਥੇ ਆਏ ਨੇ। ਐਂਡ ਫॉर योर ਇਨਫੋਰਮੇਸ਼ਨ, ਜਿਹੜੇ ਕਨਈਆ ਸਿੰਘ ਜੀ ਸੀਗੇ ਉਹ ਆਪਣੇ ਜਿਹੜੇ ਪਹਿਲੇ ਪੁਰਾਣੇ CM ਹੁੰਦੇ ਸਨ, ਇੱਕ ਗਿਆਨੀ ਗੁਰਮੁਖ ਸਿੰਘ ਮੁਸਾਫਰ, ਉਹ ਚੰਗੇ ਲਿਖਾਰੀ ਵੀ ਸਨ, ਉਹਨਾਂ ਦੇ ਛੋਟੇ ਭਾਈ ਸੀ। ਉਸ ਟਾਈਮ ਤੇ ਗਿਆਨੀ ਗੁਰਮੁਖ ਸਿੰਘ ਮੁਸਾਫਰਾਂ ਨੇ ਵੀ ਇੱਥੇ ਆ ਕੇ ਵਿਜ਼ਿਟ ਕੀਤਾ ਸੀਗਾ ਉਹਨਾਂ ਦਿਨਾਂ ਦੇ ਵਿੱਚ। ਹਾਂਜੀ। ਉਸ ਟਾਈਮ ਤੇ ਜਿਹੜੇ ਇਹ ਲੋਕ ਪਹਿਲਾਂ ਆਏ ਸੀ, ਇਹਨਾਂ ਨੇ ਸਾਡੀ ਬਹੁਤ ਲੋਕਾਂ ਦੀ ਮਦਦ ਵੀ ਕੀਤੀ ਹੈ। ਮੈਂ ਖਾਸ ਕਰਕੇ 2-3 ਨਾਮ ਲੈਣਾ ਚਾਹਾਂਗਾ। ਮਹਿੰਦਰ ਸਿੰਘ ਜੀ ਢਿੱਲੋਂ, ਸਰਦਾਰ ਪ੍ਰਤਾਪ ਸਿੰਘ ਭੰਗੂਰੇ ਅਤੇ ਇੱਕ ਹੋਰ ਸੱਜਣ ਨੇ, ਉਹਨਾਂ ਨੇ ਖਾਸ ਮਦਦ ਕੀਤੀ ਲੋਕਾਂ ਦੀ ਆ ਕੇ। ਠੀਕ ਹੈ ਜੀ। ਹਾਂਜੀ, ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਫਿਰ ਇਮੀਗ੍ਰੇਸ਼ਨ ਦੇ ਪ੍ਰੋਸੈਸ 'ਚ ਕੋਈ ਪ੍ਰੋਬਲਮਸ ਜਾਂ ਕੁਝ ਰੁਕਾਵਟਾਂ ਤੁਹਾਨੂੰ ਫੇਸ ਕਰਨੀਆਂ ਪਈਆਂ? ਹਾਂਜੀ, ਦੇਖੋ ਇਮੀਗ੍ਰੇਸ਼ਨ ਦਾ ਜੋ ਮਾਮਲਾ ਹੈ ਇਹ ਲੈਂਥੀ ਮਾਮਲਾ ਹੈ, ਕਿਉਂਕਿ ਆਪਾਂ ਜਾਣਦੇ ਹਾਂ ਸਾਰੇ ਕਿ ਇੰਡੀਆ ਤੋਂ ਚੱਲ ਕੇ ਇੱਥੇ ਪਹੁੰਚਣਾ ਤੇ ਜੋ ਕਾਗਜ਼ੀ ਕਾਰਵਾਈ ਆਪਾਂ ਹੁਣ ਤੱਕ ਕਰਦੇ ਹਾਂ, ਆਪਾਂ ਤੁਸੀਂ ਵੀ ਇਹਦੇ ਗੋ ਥਰੂ ਹੋਏ ਹੋ, ਪਰ ਉਸ ਟਾਈਮ ਤੇ ਕੁਝ ਥੋੜਾ ਜਿਹਾ ਡਿਫਰੈਂਟ ਹੁੰਦੀ ਸੀਗੀ। ਮਤਲਬ ਹੁਣ ਕਾਫੀ ਲੈਂਥੀ ਆ, ਉਦੋਂ ਵੀ ਕਹਿ ਸਕਦੇ ਹਾਂ? ਉਦੋਂ ਥੋੜੀ ਸਿੰਪਲ ਸੀ, ਕਿਉਂਕਿ ਹੁਣ ਮੈਨੂੰ ਇਹ ਪਤਾ ਲੱਗਿਆ ਕਿ ਆਪਾਂ ਸਾਰਾ ਕੁਝ ਆਨਲਾਈਨ ਭੇਜਦੇ ਹਾਂ, ਹੁਣ ਗੂਗਲ ਦਾ ਜ਼ਮਾਨਾ ਹੈਗਾ।
ਉਸ ਟਾਈਮ ਤੇ ਜਦੋਂ ਅਸੀਂ ਆਉਂਦੇ ਸੀਗੇ ਉਹ ਆਪ ਜਿਹੜਾ ਕੰਮ ਸੀ ਜਿੰਨਾ ਵੀ ਫਾਰਮ ਭਰਨ ਦਾ ਕੰਮ ਉਹ ਸਾਰਾ ਇਮੀਗ੍ਰੇਸ਼ਨ ਅਫਸਰ ਆਪ ਕਰਦੇ ਸੀਗੇ। ਅੱਛਾ ਜੀ। ਸੋ ਬੇਸਿਕਲੀ ਜੇ ਆਪਾਂ ਕਹੀਏ ਕਿ ਅਸੀਂ ਜਦੋਂ ਵੀਜ਼ਾ ਲੈ ਕੇ ਸੌਰੀ ਜਦੋਂ ਵੀਜ਼ਾ ਔਨ ਅਰਾਈਵਲ ਮਿਲ ਗਿਆ ਤੁਹਾਨੂੰ ਤੇ ਉਹਨੇ ਤੁਹਾਨੂੰ ਵੀਜ਼ਾ ਦੇ ਕੇ ਤੁਹਾਨੂੰ ਬਾਹਰ ਭੇਜਦਾ ਕਿ ਤੁਸੀਂ ਇੰਨੇ ਦਿਨ ਵਾਸਤੇ ਵਿਜ਼ਿਟ ਕਰ ਸਕਦੇ ਹੋ ਇੱਥੇ। ਕਿਉਂਕਿ ਜੋ ਆਉਣ ਦਾ ਸਿਸਟਮ ਇਹ ਸੀਗਾ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਜਾਂ 에ਅਰਪੋਰਟ ਤੇ ਕਹਿੰਦੇ ਸੀ ਕਿ ਮੈਂ ਇੱਥੇ ਸੈਰ ਕਰਨ ਵਾਸਤੇ ਆਇਆ, ਵਿਜ਼ਿਟ ਕਰਨ ਵਾਸਤੇ ਆਇਆ, 2 ਮਹੀਨੇ ਦਾ 3 ਮਹੀਨੇ ਦਾ ਟਾਈਮ ਮੰਗਦੇ ਸੀਗੇ। ਸੋ ਜਦੋਂ ਤੁਸੀਂ ਆ ਗਏ ਕਿਉਂਕਿ ਉਸ ਵੇਲੇ ਪ੍ਰੋਵੀਜ਼ਨ ਸੀਗਾ ਇਸ ਗੱਲ ਦਾ ਕਿ ਤੁਸੀਂ ਇੱਥੇ ਆ ਕੇ ਇਹ ਰੂਲ ਸੀ ਕੈਨੇਡਾ ਗਵਰਨਮੈਂਟ ਦਾ ਉਸ ਟਾਈਮ ਦਾ ਕਿ ਤੁਸੀਂ ਇੱਥੇ ਆ ਕੇ ਅਗਰ ਤੁਸੀਂ ਕੈਨੇਡਾ ਲਾਈਕ ਕਰਦੇ ਹੋ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਵਿਦਨ ਦ ਕੰਟਰੀ ਕਿ ਮੈਂ ਇੱਥੇ ਲਾਈਕ ਕਰਦਾ ਤੇ ਮੈਂ ਇੱਥੇ ਰਹਿਣਾ ਚਾਹੁੰਦਾ। ਪੀਆਰ ਵਾਸਤੇ ਅਪਲਾਈ ਕਰ ਸਕਦੇ ਹਾਂ। ਕ੍ਰਾਈਟੇਰੀਆ ਸੀਗਾ ਪੀਆਰ ਦਾ ਉਸ ਟਾਈਮ ਤੇ 55 ਨੰਬਰ ਤੁਹਾਨੂੰ ਲੈਣੇ ਪੈਂਦੇ ਸੀਗੇ। ਤੇ ਪਰ ਇਹ ਆ ਵੀ ਜਦੋਂ ਆਉਣ ਤੋਂ ਪਹਿਲਾਂ ਇਹ ਗੱਲਾਂ ਸਾਰੀਆਂ ਧਿਆਨ 'ਚ ਰੱਖੀਆਂ ਜਾਂਦੀਆਂ ਸੀਗੀਆਂ ਕਿ ਜਿਹੜੇ ਇੰਡੀਆ ਦੇ ਏਜੰਟ ਸੀਗੇ ਜਾਂ ਤੁਹਾਡੇ ਦੋਸਤ ਮਿੱਤਰ ਤੁਹਾਨੂੰ ਦੱਸ ਦਿੰਦੇ ਸੀ ਕਿ ਕਿਹੜੀ ਚੀਜ਼ ਦੇ ਕਿੰਨੇ ਨੰਬਰ ਨੇ। ਇਹ ਤੁਹਾਨੂੰ ਵਰਡ ਆਫ ਮਾਊਥ ਪਤਾ ਲੱਗਦਾ ਸੀ ਕਿ ਜਾਂ ਏਜੰਟਸ ਦੱਸਦੇ ਸੀ। ਓਕੇ, ਐਕਸਪਲੋਇਟ ਤਾਂ ਨਹੀਂ ਸੀ ਕਰਦੇ ਏਜੰਟ, ਜਿਵੇਂ ਹੁਣ ਕਈ ਵਾਰੀ ਕਹਿ ਦਈਦਾ ਵੀ ਕੁਝ ਨਾ ਕੁਝ ਮਿਸਗਾਈਡ ਵੀ ਕਰ ਦਿੰਦੇ ਆ, ਕਿ ਇਸ ਤਰ੍ਹਾਂ ਦਾ ਉਦੋਂ ਕੁਝ ਹੈਗਾ ਸੀ? ਤੇ ਕੁਝ ਐਕਸਪਲੋਇਟੇਸ਼ਨ ਤਾਂ ਜੁਗਾਂ ਜਗਾਤਰਾਂ ਤੋਂ ਰਹੀ ਹੈ ਪਰ ਉਸ ਟਾਈਮ ਤੇ ਜੇ ਮੈਂ ਕੰਪੇਅਰ ਕਰਾਂ ਕਿ ਹੁਣ ਦੇ ਸਮੇਂ ਨਾਲ ਬਹੁਤ ਮਿਨੀਮਲ ਸੀਗੀ। ਠੀਕ ਹੈ। ਕੋਈ ਗੁਟਾਵਾਂ ਕੋਈ ਆਈਸੋਲੇਟਡ ਕੇਸ ਹੋਏਗਾ। ਪਰ ਇੱਥੇ ਆ ਕੇ ਜਦੋਂ ਅਸੀਂ ਕੈਨੇਡਾ ਆ ਕੇ ਕੁਝ ਦਿਨ ਰਹਿ ਕੇ ਫਿਰ ਤੁਸੀਂ ਇਮੀਗ੍ਰੇਸ਼ਨ ਆਫਿਸ ਜਾ ਕੇ ਅਪਲਾਈ ਕਰਨਾ ਹੁੰਦਾ ਸੀਗਾ ਕਿ ਮੈਂ ਜੇ ਇੱਥੇ ਲਾਈਕ ਕਰਦਾ ਤੇ ਮੈਂ ਇੱਥੇ ਰਹਿਣਾ ਚਾਹੁੰਦਾ। ਉਸ ਟਾਈਮ ਦੇ ਉੱਤੇ ਤੁਹਾਨੂੰ ਇਮੀਗ੍ਰੇਸ਼ਨ ਆਫਿਸਰ ਤੁਹਾਨੂੰ ਇੱਕ ਲਿਸਟ ਦਿੰਦਾ ਸੀਗਾ ਕਿ ਇਸ ਡੇਟ ਤੱਕ ਮੈਨੂੰ ਇਹ ਪੇਪਰ ਲੈ ਕੇ ਵਾਪਸ ਆ ਜਾਓ। ਤੇ ਆਮ ਤੌਰ ਤੇ ਕਿਉਂਕਿ ਪਤਾ ਸੀਗਾ ਸੀ ਸਾਡਾ ਇੰਟੈਂਸ਼ਨ ਕੀ ਹੈ ਆਉਣ ਤੋਂ ਪਹਿਲਾਂ ਪਤਾ ਹੁੰਦੀ ਸੀ ਸੋ ਉਹ ਪੇਪਰ ਅਸੀਂ ਉਸ ਟਾਈਮ ਤੱਕ ਰੈਡੀ ਕਰ ਲੈਂਦੇ ਸੀਗੇ। ਤੇ ਫॉर ਐਗਜ਼ਾਮਪਲ ਜਿਹੜੀ ਡੇਟ ਤੁਹਾਨੂੰ ਦੱਸੀ ਹੈ ਇਮੀਗ੍ਰੇਸ਼ਨ ਆਫਿਸਰ ਨੇ ਤੁਸੀਂ ਪੇਪਰ ਲੈ ਕੇ ਚਲੇ ਗਏ ਹੋ। ਠੀਕ ਹੈ ਜੀ। ਉਹਨੇ ਖੁਦ ਹੀ ਸਾਡਾ ਫਾਰਮ ਭਰਨਾ ਹੈ ਜੇ ਪੀਆਰ ਦਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਤੁਸੀਂ ਫਾਰਮ ਸਾਰੇ ਨੂੰ ਸਬਮਿਟ ਕਰ ਦਿੱਤੇ। ਉਸ ਟਾਈਮ ਦੇ 2-3 ਆਪਸ਼ਨ ਦਿੰਦਾ ਹੈ ਤੁਹਾਨੂੰ, ਜਾਂ ਤੇ ਤੁਹਾਨੂੰ ਉਹਨੇ ਵੇਖਿਆ ਵੀ ਸੈਟੀਸਫਾਈਡ ਉਹਨੇ ਤੁਹਾਨੂੰ ਮੈਡੀਕਲ ਦਿੱਤਾ ਦੈਟ ਮੀਨ ਯੂ ਆਰ ਅਪਰੂਵਡ। ਠੀਕ ਹੈ ਜੀ। ਜੇ ਉਹਨੂੰ ਉਹ ਸੈਟੀਸਫਾਈਡ ਨਹੀਂ ਹੋਇਆ ਤੇ ਉਹਨੇ ਕਹਿਣਾ ਓਕੇ ਵੀ ਆਮ ਨਾਟ ਸੈਟੀਸਫਾਈਡ ਐਂਡ ਯੂਰ ਐਪਲੀਕੇਸ਼ਨ ਇਜ਼ ਡਿਕਲਾਈਨਡ। ਇਹ ਤੁਸੀਂ ਹੁਣ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਹੈ ਕਿ ਆਲ ਗਿਵ ਯੂ 2 weeks or 1 month to you must leave the country। ਪਰ ਇਹ ਇੱਕ ਆਪਸ਼ਨ ਹੈਗੀ ਜੇ ਤੂੰ ਅਪੀਲ ਕਰਨਾ ਚਾਹੁੰਦਾ ਤੂੰ ਅਪੀਲ ਕਰ ਸਕਦਾ। ਇਹ ਸੈਕੰਡ ਆਪਸ਼ਨ ਵੀ ਨਾਲ ਹੀ ਦੇ ਦਿੰਦੇ ਸੀ ਉਹ। ਅਗਰ ਤੁਸੀਂ ਅਪੀਲ ਕਰਨੀ ਹੈਗੀ ਹੈ ਤੁਸੀਂ ਕਹਿੰਦੇ ਮੈਂ ਅਪੀਲ ਕਰਨੀ ਹੈ ਕਈ ਵਾਰ ਤੇ ਤੁਹਾਨੂੰ ਉਸ ਟਾਈਮ ਉਹ ਫਾਰਮ ਦੇ ਦਿੰਦਾ ਸੀ ਕਿ ਫਾਰਮ ਤੁਸੀਂ ਭਰ ਕੇ ਲੈ ਆਓ ਜਾਂ ਫਿਰ ਕਈ ਵਾਰ ਤੁਸੀਂ ਕਹਿੰਦੇ ਮੈਂ ਤੁਹਾਡਾ ਫਾਰਮ ਭਰ ਦਿੰਦਾ। ਮਤਲਬ ਈਜ਼ੀ ਸੀਗਾ। ਹਾਂਜੀ ਵੀ ਜਿਹੜੀ ਇੰਨੀ ਹੈਲਪ ਪੇਪਰ ਵਰਕ ਚੋਂ ਤੁਹਾਡੀ ਉਦੋਂ ਕਰਦੇ ਸੀਗੇ। ਹਾਂਜੀ। ਤੇ ਜੇ ਆਪਾਂ ਕਹੀਏ ਵੀ ਫੀਸ ਸਟਰਕਚਰ ਵਗੈਰਾ ਕਿੰਨਾ ਕੁ ਤੁਹਾਨੂੰ ਪੇ ਕਰਨਾ ਪੈਂਦਾ ਸੀ ਇਮੀਗ੍ਰੇਸ਼ਨ ਫੀਸ ਦੀ ਜੇ ਗੱਲ ਕਰ ਲਈਏ ਔਰ ਬਾਕੀ ਖਰਚੇ ਕੀ ਔਰ ਨੋਮੀਨਲ ਸਨ? ਜਿਹੜੀ ਇਮੀਗ੍ਰੇਸ਼ਨ ਫੀਸ ਸੀ ਉਸ ਟਾਈਮ ਦੇ ਉੱਤੇ ਤੁਸੀਂ ਜਦੋਂ ਅਪਲਾਈ ਕਰਦੇ ਸੀ ਪੀਆਰ ਵਾਸਤੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਫੀਸ ਨਹੀਂ ਸੀ ਹੁੰਦੀ। ਅੱਛਾ ਜੀ। ਈਵਨ ਮੇਰਾ ਖਿਆਲ ਆ ਵੀ ਘੱਟੋ ਘੱਟ 85-90 ਤੱਕ ਜੋ ਤੁਸੀਂ ਆਪਣੇ ਰਿਲੇਟਿਵਸ ਨੂੰ ਸਪਾਂਸਰ ਕਰਦੇ ਸੀਗੇ ਉਦੋਂ ਵੀ ਕੋਈ ਫੀਸ ਨਹੀਂ ਸੀ ਹੁੰਦੀ। ਮੈਨੂੰ ਜੇ ਬਲੰਟਲੀ ਯਾਦ ਹੈ ਕਿ ਤਕਰੀਬਨ 1987-88 ਦੇ ਵਿੱਚ ਜਾ ਕੇ $125 ਫੀਸ ਰੱਖੀ ਗਈ ਸੀ ਜਦੋਂ ਤੁਸੀਂ ਆਪਣੇ ਕਿਸੇ ਰਿਲੇਟਿਵ ਨੂੰ ਅਤੇ ਕਿਸੇ ਭੈਣ ਭਾਈ ਨੂੰ ਸਪਾਂਸਰ ਕਰਦੇ ਸੀਗੇ ਤੇ ਪੇਰੈਂਟਸ ਨੂੰ ਸਪਾਂਸਰ ਕਰਨ ਵਾਸਤੇ ਕੋਈ ਫੀਸ ਨਹੀਂ ਸੀ ਹੁੰਦੀ। ਫਿਰ ਤੁਸੀਂ ਪੇਰੈਂਟਸ ਨੂੰ ਵੀ ਬੁਲਾਇਆ ਹੋਵੇਗਾ? ਹਾਂਜੀ ਹਾਂਜੀ, ਮੈਂ ਆਪਣੇ ਪੇਰੈਂਟਸ ਨੂੰ ਬੁਲਾਇਆ ਔਰ ਉਸ ਟਾਈਮ ਦੇ ਉੱਤੇ ਤੁਹਾਡੇ ਨਾਲ ਜਿਹੜੇ ਵੀ ਤੁਹਾਡੇ ਛੋਟੇ ਭੈਣ ਭਰਾ ਹੈਗੇ ਆ 18 ਸਾਲ ਤੋਂ ਘੱਟ ਨੇ 21 ਸਾਲ ਤੋਂ ਘੱਟ ਨੇ ਉਹ ਨਾਲ ਆ ਸਕਦੇ ਸੀ। ਠੀਕ ਹੈ ਜੀ। ਹਾਂਜੀ। ਤੇ ਫਿਰ ਗੱਲ ਕਰਨੀ ਆ ਵੀ ਤੁਹਾਡੀ ਇਮੀਗ੍ਰੇਸ਼ਨ ਤਾਂ ਚਲੋ ਹੋ ਗਈ ਪੀਆਰ ਮਿਲ ਗਈ ਫਿਰ ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਉੱਥੇ ਜੌਬ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਵਰਕ ਪਲੇਸ ਦਾ ਇਨਵਾਇਰਨਮੈਂਟ ਕਿੱਦਾਂ ਸੀ ਜੇ ਉਹਦੇ ਬਾਰੇ ਕੁਝ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ? ਵਰਕ ਪਲੇਸ ਜਾਂ ਕੰਮ ਲੱਭਣ ਤੋਂ ਪਹਿਲਾਂ ਇੱਕ ਇਹ ਜ਼ਰੂਰੀ ਹੈ ਮੈਂ ਸਮਝਦਾ ਕਿ ਜਦੋਂ ਜਿਹੜੀ ਪੀਆਰ ਨਹੀਂ ਸੀ ਹੁੰਦੀ ਤੇ ਕਈ ਲੋਕਾਂ ਨੂੰ ਵਰਕ ਪਰਮਿਟ ਮਿਲ ਜਾਂਦੇ ਸੀਗੇ। ਅੱਛਾ ਜੀ। ਤੇ ਕਈ ਲੋਕਾਂ ਨੂੰ ਵਰਕ ਪਰਮਿਟ ਨਹੀਂ ਮਿਲਦੇ ਸੀਗੇ। ਉਹਦੇ 'ਚ ਇਹ ਸੀਗਾ ਕਿ ਇਮੀਗ੍ਰੇਸ਼ਨ ਵਾਲੇ ਕਹਿੰਦੇ ਸੀਗੇ ਤੁਸੀਂ ਸਾਨੂੰ ਇੱਕ ਜੌਬ ਆਫਰ ਲਿਆ ਕੇ ਦਿਓ ਅਗਰ ਤੁਹਾਨੂੰ ਕੋਈ ਜੌਬ ਆਫਰ ਸਾਨੂੰ ਲਿਆ ਕੇ ਦੇ ਦਿੰਦੇ ਆ ਜਸਟ ਜਨਰਲ ਜੌਬ ਆਫਰ ਜਿਵੇਂ ਅੱਜ ਕੱਲ੍ਹ LMI ਵਗੈਰਾ ਉਹ ਨਹੀਂ ਸੀਗਾ। ਤੁਹਾਨੂੰ ਤੁਸੀਂ ਕਿਸੇ ਕੰਪਨੀ ਕੋਲ ਜਾਂਦੇ ਹੋ ਉਹਨੂੰ ਕਹਿੰਦੇ ਹੋ ਕਿ ਤੁਸੀਂ ਜਾ ਕੇ ਸਾਨੂੰ ਮੈਂ ਜੌਬ ਕਰਨੀ ਹੈ ਤੁਹਾਨੂੰ ਰੱਖ ਲੈਂਦੇ ਨੇ ਮੇਰੇ 'ਚ ਸਕਿੱਲਸ ਹੈਗੀਆਂ ਮੈਂ ਕੰਮ ਕਰ ਸਕਦਾ ਹਾਂਜੀ ਜਾ ਕੇ ਵਰਕ ਦੀ ਗੱਲ ਕਰਨੀ। ਹਾਂਜੀ ਉਹਦੇ ਬੇਸ ਤੇ ਤੁਹਾਨੂੰ ਫਿਰ ਉਹ ਵਰਕ ਪਰਮਿਟ ਮਿਲ ਜਾਂਦਾ ਸੀਗਾ ਤੇ ਕਈ ਵਾਰੀ ਵਰਕ ਪਰਮਿਟ ਤੁਹਾਨੂੰ ਕਲੋਜ਼ ਮਿਲਦਾ ਸੀ ਉਸੇ ਜਗ੍ਹਾ ਤੇ ਕੰਮ ਕਰਨ ਦਾ ਕਈ ਵਾਰ ਤੁਹਾਨੂੰ ਓਪਨ ਮਿਲ ਜਾਂਦਾ ਸੀਗਾ। ਠੀਕ ਹੈ ਜੀ।
ਓਕੇ, ਤੇ ਚਲੋ ਇੰਨਾ ਮੁਸ਼ਕਲ ਨਹੀਂ ਹੈ ਸਾਰਾ ਪ੍ਰੋਸੈਸ, ਫਿਰ ਵੀ ਜੇ ਦੇਖੀਏ ਕਿ ਇੱਕ ਵਾਰੀ ਪਹੁੰਚ ਗਏ ਹੋ ਫਿਰ ਕੋਈ ਨਾ ਕੋਈ ਹੱਲ ਨਿਕਲ ਆਉਂਦਾ, ਭਾਵੇਂ ਕੋਈ ਅਪੀਲ ਕਰ ਲਓ ਜਾਂ ਕੁਛ। ਤੇ ਤੁਹਾਡੀ ਪਹਿਲੀ ਜੌਬ ਉਹ ਕਿਸ ਤਰ੍ਹਾਂ ਦੀ ਸੀ, ਕਿਸ ਤਰ੍ਹਾਂ ਦਾ ਕੰਮ ਸੀ? ਦੇਖੋ ਜੀ, ਮੈਂ ਬੇਸ਼ੱਕ ਇੰਡੀਆ ਤੋਂ ਐਮਏ ਪੜ੍ਹ ਕੇ ਆਇਆ ਸੀਗਾ, ਪਰ ਇੱਥੇ ਆ ਕੇ ਇਹ ਲੱਗਿਆ ਕਿ ਕੋਈ ਵੀ ਜੌਬ ਕਰਨੀ ਜ਼ਰੂਰੀ ਹੈ ਜੀਵਨ ਨਿਰਵਾਹ ਵਾਸਤੇ। ਸੋ ਮੇਰੀ ਸਭ ਤੋਂ ਪਹਿਲੀ ਜੌਬ ਸੀਗੀ ਕਿ ਮੈਂ ਇੱਥੇ ਇੱਕ ਟਰੈਕਟਰ ਮੈਨੂਫੈਕਚਰਿੰਗ ਹੈਗੀ ਆ, ਵਰਸਟਾਈਲ ਮੈਨੂਫੈਕਚਰਿੰਗ, ਉਹਦੇ ਵਿੱਚ ਮੈਨੂੰ ਅਸੈਂਬਲਰ ਦੀ ਜੌਬ ਮਿਲੀ। $1 ਤੇ 65 ਸੈਂਟ ਘੰਟੇ ਦੇ ਮੈਨੂੰ ਮਿਲਦੇ ਸੀਗੇ। ਤੇ ਈਵਨ ਦੋ ਉਹਨਾਂ ਨੂੰ ਮੇਰੇ ਉਸ ਸਕਿੱਲ ਦੀ ਜੌਬ ਨਹੀਂ ਸੀਗੀ, ਪਰ ਉਹ ਇੱਕ ਜਨਰਲ ਲੇਬਰ ਜੌਬ ਕਹਿ ਸਕਦੇ ਹੋ। ਉੱਥੇ ਮੈਨੂੰ ਇੰਨੀ ਗੱਲ ਜ਼ਰੂਰ ਮੈਂ ਕਹਾਂਗਾ ਕਿ ਕਈ ਵਾਰੀ ਝੂਠ ਬੋਲਣਾ ਪੈਂਦਾ ਹੈ। ਜਿਸ ਤਰ੍ਹਾਂ ਕਿ ਮੇਰੀ ਮਿਸਿਸ ਨੇ, ਪਰਮਜੀਤ ਨੇ, ਇੱਕ ਕਵਿਤਾ ਪੜ੍ਹੀ ਸੀਗੀ ਪ੍ਰੋਗਰਾਮ ਦੇ ਵਿੱਚ, ਜਿਹਦੇ 'ਚ ਉਹਨੇ 1-2 ਲਾਈਨਾਂ ਸੀਗੀਆਂ ਉਹਦੀਆਂ ਕਿ ਇੱਥੇ ਆ ਕੇ ਖਲਜਾਗਣ ਬਹੁਤ ਸਾਨੂੰ ਕਰਨੇ ਪਏ, ਸਾਨੂੰ ਝੂਠ ਵੀ ਬੁਲਵਾਏ, $1.5 ਦੀ ਜੌਬ ਖਾਤਰ ਝੂਠ ਵੀ ਬੋਲਣੇ ਪਏ। ਅਗਰ ਮੈਂ ਉਹਨੂੰ ਕਹਿੰਦਾ ਕਿ ਮੈਂ ਐਮਏ ਪਾਸ ਹਾਂ ਤੇ ਮੈਨੂੰ ਉਹਨੇ ਜੌਬ ਨਹੀਂ ਸੀ ਦੇਣੀ। ਮੈਂ ਉਹਨੂੰ ਕਿਹਾ ਜੀ ਮੈਂ 10 ਪਾਸ ਹਾਂ, ਤੇ ਉਸ ਤੋਂ ਬਾਅਦ ਮੈਂ ਖੇਤੀ ਕਰਕੇ ਇੱਥੇ ਆਇਆ। ਓਵਰ ਕੁਆਲੀਫਾਈਡ ਸੀ ਉਸ ਜੌਬ ਲਈ ਤੁਸੀਂ, ਠੀਕ ਹੈ। ਤੇ ਉਹਨੇ ਮੈਨੂੰ ਜੌਬ ਦੇ ਦਿੱਤੀ। ਬਾਅਦ ਦੇ ਵਿੱਚ ਉਹ ਮੈਂ ਉਸ ਆਊਟਫਿਟ ਦੇ ਵਿੱਚ ਤਕਰੀਬਨ 6-7 ਸਾਲ ਕੰਮ ਕੀਤਾ, ਪਰ ਉੱਥੇ ਲੱਗਣ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲ ਗਿਆ, ਮੈਂ ਉੱਥੇ ਪੜ੍ਹਾਈ ਕਰਕੇ ਆਪਣੀ ਹੋਰ, ਜਦੋਂ ਮੈਂ ਉੱਥੋਂ ਜੌਬ ਕੁਇਟ ਕੀਤੀ ਹੈ ਉਦੋਂ ਮੈਂ ਐਜ਼ ਅ ਪ੍ਰੋਡਕਸ਼ਨ ਕੋਆਰਡੀਨੇਟਰ ਮੈਨੇਜਮੈਂਟ ਜੌਬ ਚਲਾ ਗਿਆ ਸੀਗਾ। ਵੈਰੀ ਨਾਈਸ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਵੇਂ ਹੁਣ ਦੀ ਗੱਲ ਕਰੀਏ, ਤੁਸੀਂ ਇੱਕ ਸਫਲ ਬਿਜ਼ਨਸਮੈਨ ਹੋ, ਫਿਰ ਉਸ ਜੌਬ ਤੋਂ ਬਾਅਦ ਕੀ ਜਲਦੀ ਹੀ ਬਿਜ਼ਨਸ 'ਚ ਆ ਗਏ ਜਾਂ ਕਿਵੇਂ? ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣੀ ਫੈਮਿਲੀ ਬੈਕਗਰਾਊਂਡ 'ਚ ਲੈ ਕੇ ਜਾਣਾ ਚਾਹਾਂਗਾ, ਜ਼ਰੂਰ, ਕਿਉਂਕਿ ਮੇਰੇ 3 ਬੱਚੇ ਨੇ ਤੇ ਮੇਰੀ ਸ਼ਾਦੀ ਇੱਥੇ ਹੋਈ ਹੈ 74 ਦੇ ਵਿੱਚ। ਠੀਕ ਹੈ ਜੀ। ਤੇ ਮੇਰੀ ਵਾਈਫ ਪਰਮਜੀਤ ਹੋਰਾਂ ਨੇ ਤੇ ਮੈਂ, ਸਾਡਾ ਇਹ ਵਿਚਾਰ ਸੀਗਾ ਸਾਡੇ ਦੋਨਾਂ ਦਾ ਕਿ ਅਸੀਂ ਜਦ ਤੱਕ ਬੱਚੇ ਛੋਟੇ ਨੇ ਅਸੀਂ ਇਹਨਾਂ ਨੂੰ ਆਪਣੇ ਘਰ ਰੱਖ ਕੇ ਪੜ੍ਹਾਵਾਂਗੇ, ਪਾਲਾਂਗੇ। ਅਸੀਂ ਕਿਉਂਕਿ ਉਸ ਟਾਈਮ ਤੇ ਬੇਬੀ ਸਿਟਰ ਦਾ ਇੰਤਜ਼ਾਮ ਵੀ ਘੱਟ ਹੁੰਦਾ ਸੀਗਾ, ਸਾਡੇ ਕੋਲ ਕੋਈ ਹੋਰ ਹੈ ਨਹੀਂ ਸੀਗਾ। ਸੋ ਮੇਰੀ ਬੇਟੀ, ਛੋਟੀ ਬੇਟੀ ਕਿਰਨ, ਉਹ 85 ਦੇ ਵਿੱਚ ਉਹ ਜੋ ਸਕੂਲ ਜਾਣ ਲੱਗੀ ਹੈ, ਉਸ ਟਾਈਮ ਤੇ ਅਸੀਂ ਫਿਰ ਆਪਣਾ ਬਿਜ਼ਨਸ ਖੋਲ੍ਹਿਆ ਬੰਬੇ ਫੈਸ਼ਨਸ, ਠੀਕ ਹੈ ਜੀ, ਤੇ ਜਿਹੜਾ ਹਾਲੇ ਵੀ ਚੱਲ ਰਿਹਾ ਬੜੀ ਸਕਸੈਸ ਨਾਲ। ਤੇ ਮੇਰੇ ਜੋ ਬਿਜ਼ਨਸ ਸੀਗਾ ਉਹ ਮੇਰੀ ਵਾਈਫ ਲੁੱਕ ਆਫਟਰ ਕਰਦੀ ਸੀ, ਤੇ ਮੈਂ ਆਪਣੀ ਜਿਹੜੀ ਹੈ ਉਹ ਜਦੋਂ ਜੌਬ ਛੱਡੀ ਹੈ 1978 ਦੇ ਵਿੱਚ, ਤੇ ਮੈਂ ਫਿਰ ਆਪਣਾ ਰੀਅਲ ਸਟੇਟ ਦਾ ਕੰਮ ਸ਼ੁਰੂ ਕੀਤਾ 78 ਦੇ ਵਿੱਚ। ਸੋ ਮੈਂ 79 'ਚ ਮੇਰੀ ਪਹਿਲੀ ਸੇਲ ਹੋਈ, ਉਸ ਤੋਂ ਲੈ ਕੇ ਮੈਂ ਹੁਣ ਤੱਕ ਉਹ ਕੰਟੀਨਿਊ ਕਰ ਰਿਹਾ, ਤੇ 43 ਸਾਲ ਤੋਂ ਮੈਂ ਰੀਅਲ ਸਟੇਟ ਦਾ ਕੰਮ ਵਿਨੀਪੈਗ ਦੇ ਵਿੱਚ ਕਰ ਰਿਹਾ ਜੀ। ਬੜੀ ਅੱਛੀ ਤਰ੍ਹਾਂ ਕਰ ਰਹੇ ਹੋ, ਹਾਂਜੀ। ਤੇ 79 ਦੇ ਵਿੱਚ ਤੁਸੀਂ ਰੀਅਲ ਸਟੇਟ 'ਚ ਆਉਂਦੇ ਹੋ, ਹਾਂਜੀ? ਹਾਂਜੀ, 78 'ਚ ਮੈਂ ਲਾਇਸੈਂਸ ਲਿਆ ਸੀ, 79 'ਚ ਮੇਰੀ ਪਹਿਲੀ ਸੇਲ ਹੋਈ ਸੀਗੀ, ਕਿਉਂਕਿ ਹੁਣ ਵਾਂਗੂ ਮਾਰੋ ਮਾਰੀ ਨਹੀਂ ਸੀ ਉਸ ਟਾਈਮ। ਠੀਕ ਹੈ ਜੀ। ਤੇ ਪਹਿਲਾ ਘਰ ਕਦੋਂ ਲਿਆ ਸੀ ਤੁਸੀਂ ਆਪਣਾ ਘਰ, ਉਹ ਕਦੋਂ ਬਾਈ ਕੀਤਾ? ਅਸੀਂ ਆਪਣਾ ਜਿਹੜਾ ਪਹਿਲਾ ਘਰ ਮੈਂ ਖਰੀਦਿਆ ਸੀ 1974 'ਚ, ਜਦੋਂ ਸਾਡੀ ਬੇਟੀ ਬੋਰਨ ਹੋਈ ਹੈ, ਤੇ ਵੀ ਫੈਲਟ ਕੇ ਸਾਨੂੰ ਘਰ ਚਾਹੀਦਾ ਹੈ, ਤੇ ਪਹਿਲਾ ਘਰ ਮੈਂ ਗਾਰਫੀਲਡ ਦੇ ਉੱਤੇ 10,000 ਦਾ ਘਰ ਖਰੀਦਿਆ, ਤੇ ਖਰੀਦ ਕੇ ਤੇ ਉਹਨੂੰ ਥੋੜ੍ਹਾ ਬਹੁਤਾ ਰਿਪੇਅਰ ਕਰਕੇ ਤੇ ਅਸੀਂ ਉਹਦੇ 'ਚ ਆਪਣਾ ਮੂਵ ਹੋ ਗਏ ਸੀ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇਨਕਮ ਵੀ ਥੋੜ੍ਹੀ ਸੀਗੀ, ਸਾਧਨ ਵੀ ਘੱਟ ਸੀਗੇ, ਤੇ ਮਤਲਬ ਸਟਾਰਟਿੰਗ ਲਾਈਫ ਜਿਹੜੀ ਸੀ ਇਸ ਤਰ੍ਹਾਂ ਹੋ ਗਈ ਸੀ। ਜਿਵੇਂ ਵਰਕ ਪਲੇਸ ਦੀ ਗੱਲ ਕਰਦੇ ਕਰਦੇ ਇੱਕ ਕੁਐਸਚਨ ਮੇਰੇ ਮਾਈਂਡ 'ਚ ਆਇਆ ਵੀ ਡਿਸਕ੍ਰਿਮੀਨੇਸ਼ਨ ਕਿੰਨੀ ਕੁ ਸੀ ਉਦੋਂ, ਹੈ ਸੀ ਜਾਂ ਠੀਕ ਸੀ ਇਨਵਾਇਰਨਮੈਂਟ ਵਰਕ ਪਲੇਸ ਤੇ, ਉਹਦੇ ਬਾਰੇ ਕੋਈ ਸਾਂਝੀ ਕਰ ਰਹੇ ਹੋ? ਦੇਖੋ, ਡਿਸਕ੍ਰਿਮੀਨੇਸ਼ਨ ਤਾਂ ਜੀ ਹਮੇਸ਼ਾ ਹੀ ਜੱਗ ਤੇ ਰਹੀ ਹੈ, ਕਿਉਂਕਿ ਆਪਾਂ ਜੇ ਦੇਖੀਏ ਕਿਸੇ ਵੀ ਮੁਲਕ 'ਚ ਹੋਈਏ, ਆਪਾਂ ਕਿਸੇ ਵੀ ਜਗ੍ਹਾ ਤੇ ਹੋਈਏ, ਆਪਣੇ ਵਿਚਾਰ, ਆਪਣੀ ਲੁੱਕ ਵੱਖੋ ਵੱਖਰੀ ਹੁੰਦੀ ਹੈ। ਜਦੋਂ ਕਿਉਂਕਿ ਸਾਡੀ ਸਕਿਨ ਜਿਹੜੀ ਹੈਗੀ ਉਹ ਸਾਂਵਲੀ ਹੈ, ਅਸੀਂ ਆਇਡੈਂਟੀਫਾਈ ਈਜ਼ੀ ਹੋ ਜਾਂਦੇ ਹਾਂ ਕਿ ਅਸੀਂ ਮਤਲਬ ਏਸ਼ੀਆ ਤੋਂ ਆਏ ਹਾਂ ਤੇ ਇੰਡੀਆ ਪਾਕਿਸਤਾਨ ਤੋਂ ਆਏ ਹਾਂ, ਤੇ ਮੋਸਟਲੀ ਲੋਕ ਸਾਨੂੰ ਪਾਕੀ ਕਹਿੰਦੇ ਨੇ ਉਹਨਾਂ 'ਚ। ਪਰ ਜੇ ਕਹੀਏ ਵੀ ਡਿਸਕ੍ਰਿਮੀਨੇਸ਼ਨ ਆਊਟਰਾਈਟ ਸੀ, ਬਹੁਤ ਜ਼ਿਆਦਾ ਨਹੀਂ ਸੀ। ਠੀਕ ਹੈ ਜੀ। ਕੁਝ ਇੱਕ ਲੋਕ ਜਿਹੜੇ ਆਨਸਰ ਹਰ ਜਗ੍ਹਾ ਤੇ ਜਿਹੜੇ ਬੈਡ ਐਪਲ ਤੇ ਹੁੰਦੇ ਹੀ ਨੇ, ਪਰ ਓਵਰਆਲ ਜਿਹੜੇ ਸਾਡੇ ਤੋਂ ਪਹਿਲਾਂ ਇੱਥੇ ਆਏ ਸੀ ਲੋਕ, ਉਹਨਾਂ 'ਚ ਬਹੁਤ ਸਾਰੇ ਲੋਕ, ਬਹੁਤ ਸਾਰੇ ਨਹੀਂ, 5-6 ਐਸੇ ਸਿਰਜਣ ਸੀ ਜਿਹੜੇ ਪੱਗਾਂ ਬੰਨ੍ਹਦੇ ਸੀਗੇ। ਸਰਦਾਰ ਹਾਕਮ ਸਿੰਘ ਜੀ ਜੌਹਲ ਪੱਗ ਬੰਨ੍ਹਦੇ ਸੀਗੇ, ਪ੍ਰੋਫੈਸਰ ਦੁਲਤ ਪੱਗ ਬੰਨ੍ਹਦੇ ਸੀਗੇ, ਭਾਟੀਆ ਸਾਹਿਬ, ਗੁਰਸ਼ਰਨ ਸਿੰਘ ਭਾਟੀਆ ਪੱਗ ਬੰਨ੍ਹਦੇ ਸੀ, ਕਨਈਆ ਸਿੰਘ ਪੱਗ ਬੰਨ੍ਹਦੇ ਸੀ, ਇਸ ਤਰ੍ਹਾਂ ਉਹ ਜਿਹੜੇ ਸਾਰੇ ਲੋਕ ਪ੍ਰੋਫੈਸ਼ਨਲ ਸੀਗੇ। ਡਾਕਟਰ ਬਰਾੜ ਪੱਗ ਬੰਨ੍ਹਦੇ ਸੀ, ਮਹਿੰਦਰ ਸਿੰਘ ਢਿੱਲੋਂ ਪੱਗ ਬੰਨ੍ਹਦੇ ਸੀਗੇ, ਹਾਂਜੀ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਸਾਡਾ ਇੱਕ ਇਮੇਜ ਬਣਾਇਆ ਸੀਗਾ, ਉਹ ਇੱਕ ਬੜਾ ਪ੍ਰੋਫੈਸ਼ਨਲ ਇਮੇਜ ਬਣਿਆ ਸੀਗਾ। ਹਾਂਜੀ। ਤੇ ਡਿਸਕ੍ਰਿਮੀਨੇਸ਼ਨ ਉਹਨਾਂ ਨੂੰ ਸ਼ਾਇਦ ਆਪਣੇ ਟਾਈਮ ਤੇ ਉਹਨਾਂ ਨੇ ਮਹਿਸੂਸ ਕੀਤੀ ਹੋਵੇ, ਪਰ ਅਸੀਂ ਇੰਨੀ ਨਹੀਂ ਮਹਿਸੂਸ ਕੀਤੀ। ਹਾਂਜੀ ਬੇਦੀ ਸਾਹਿਬ, ਘਰ ਲੈ ਲਿਆ, ਬੱਚੇ ਹੈ, ਪਰਿਵਾਰ ਲਈ ਕੀ ਕੰਸਰਨ ਸੀ? ਕੀ ਕੁਝ ਤੁਹਾਡੇ ਮਾਈਂਡ ਦੇ ਵਿੱਚ ਉਸ ਟਾਈਮ ਆਉਂਦਾ ਸੀ? ਇਕੱਲੇ ਤੁਸੀਂ ਮਤਲਬ ਆਪਣੇ ਬੱਚਿਆਂ ਦੇ ਨਾਲ ਇੱਥੇ ਸੀ, ਕੋਈ ਨਾ ਕੋਈ ਫਿਕਰ ਕਹਿ ਲਈਏ ਜਾਂ ਕੋਈ ਕੰਸਰਨ ਜਿਹੜੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨੇ ਚਾਹੋਗੇ?
हाँ जी, देखो, एक जो ਜ਼ਿੰਮੇਵਾਰ ਫਾਦਰ ਹੈ ਜਾਂ ਇੱਕ ਜ਼ਿੰਮੇਵਾਰ ਪਰਿਵਾਰ ਦਾ ਜਿਹੜਾ ਨੁਮਾਇੰਦਾ ਹੈਗਾ, ਹਾਂਜੀ, ਉਹਦੇ ਮਨ ਦੇ ਵਿੱਚ ਆਪਣੇ ਪਰਿਵਾਰ ਬਾਰੇ ਇਹ ਗੱਲਾਂ ਤੇ ਆਉਂਦੀਆਂ ਹੀ ਨੇ ਜੀ। ਸੋ ਜਿਹੜੇ ਆਮ ਕਰਕੇ ਅਸੀਂ ਲੋਕ ਉਸ ਟਾਈਮ ਤੇ ਆਏ ਸੀਗੇ, ਜਿਹੜੀ ਮੇਰੇ ਉਮਰ ਦੇ ਜਿਨ੍ਹਾਂ ਦੀ ਨਵੀਂ ਲਾਈਫ ਸਟਾਰਟ ਹੋਈ ਸੀ ਇੱਥੇ, ਕਿਸੇ ਦੀ ਸ਼ਾਦੀ ਹੋ ਗਈ, ਕਿਸੇ ਦੇ ਬੱਚੇ ਹੋ ਗਏ ਜੀ। ਸੋ ਮੈਂ ਜਨਰਲ ਗੱਲ ਕਰਾਂਗਾ ਜੋ ਸਾਡੇ ਨਾਲ ਦੇ ਜਨਰਲ ਮੇਰੇ ਹਾਣੀ ਉਸ ਟਾਈਮ ਤੇ ਆਏ ਸੀਗੇ। ਹਾਂਜੀ। ਆਮ ਸਾਡੇ ਸਾਰਿਆਂ ਵਾਸਤੇ ਤਿੰਨ ਵੱਡੇ ਕੰਸਰਨ ਸੀਗੇ। ਨੰਬਰ ਦੇਖੋ, ਚੈਲੰਜਸ ਜਿਹੜੇ ਨੇ ਉਹ ਇਨਸਾਨ ਨੂੰ ਉਸ ਉਮਰ ਦੇ ਵਿੱਚ ਖਾਸ ਕਰਕੇ ਅਸੀਂ ਵੀ ਵਰ ਏਬਲ ਟੂ ਹੈਂਡਲ ਦੈਮ। ਜੀ। ਪਹਿਲੀ ਗੱਲ ਤਾਂ ਇਹ ਸੀ ਕਿ ਅਸੀਂ ਜੋ ਡੇਲੀ ਸਾਡਾ ਜੀਵਨ ਨਿਰਵਾਹ ਸੀ ਉਹਦੇ ਵਾਸਤੇ ਅਸੀਂ ਇੰਤਜ਼ਾਮ ਕਰਦੇ ਸੀ, ਕੰਮਾਂ ਤੇ ਜਾਣਾ, ਬੱਚਿਆਂ ਨੂੰ ਦੇਖਣਾ, ਗਰੋਸਰੀ ਲਿਆਉਣੀ, ਹੋਰ ਕੰਮ ਸਾਰੇ ਕਰਨੇ ਤੇ ਉਹਨਾਂ ਦਾ ਇੰਤਜ਼ਾਮ ਤੇ ਉਹਨਾਂ ਦੇ ਖਰਚੇ ਪਾਣੀ ਪੂਰੇ ਕਰਨੇ। ਜੀ। ਉਹਦੇ ਨਾਲ ਇੱਕ ਸਾਡਾ ਇਹ ਕੰਸਰਨ ਵੀ ਸੀਗਾ ਕਿ ਜਿੱਥੋਂ ਅਸੀਂ ਘਰੋਂ ਚੱਲ ਕੇ ਆਏ ਹਾਂ, ਕਈ ਵੀਰਾਂ ਨੇ ਮਤਲਬ ਪਰਿਵਾਰਾਂ ਨੇ ਉੱਥੋਂ ਪੈਸੇ ਚੁੱਕ ਕੇ ਇੱਥੇ ਬੰਦੇ ਭੇਜੇ ਸੀ ਆਪਣੇ ਬੱਚੇ, ਸੋ ਉਹਨਾਂ ਨੇ ਆਪਣਾ ਉਹ ਵੀ ਕਈ ਵਾਰ ਉਹਨਾਂ ਨੂੰ ਰੀਪੇ ਕਰਨਾ ਹੁੰਦਾ ਸੀਗਾ। ਨਾਲ ਦੀ ਨਾਲ ਇੱਕ ਐਕਸਪੈਕਟੇਸ਼ਨ ਵੀ ਹੁੰਦੀ ਹੈ ਪੇਰੈਂਟਸ ਦੀ ਤੇ ਭੈਣਾਂ ਭਰਾਵਾਂ ਦੀ ਕਿ ਕਿਸੇ ਭੈਣ ਦਾ ਵਿਆਹ ਆ ਗਿਆ, ਕਿਸੇ ਭਰਾ ਦਾ ਵਿਆਹ ਆ ਗਿਆ, ਉਹ ਕਿਸੇ ਪਰਿਵਾਰ ਦੇ ਵਿੱਚ ਹੋਰ ਕੋਈ ਚੀਜ਼ ਮਤਲਬ ਤੁਹਾਨੂੰ ਖਰਚੇ ਪੈ ਜਾਂਦੇ ਨੇ, ਉਹ ਤੁਸੀਂ ਵੀ ਕਵਰ ਕਰਨੇ ਹੁੰਦੇ ਸੀਗੇ। ਤੇ ਤੀਸਰਾ ਤੁਹਾਨੂੰ ਇਹ ਵੀ ਸੀਗਾ ਕਿ ਅਸੀਂ ਜੇ ਹੁਣ ਇੱਥੇ ਐਸਟੈਬਲਿਸ਼ ਹੋ ਰਹੇ ਹਾਂ ਤੇ ਅਸੀਂ ਆਪਣੇ ਬੱਚਿਆਂ ਵਾਸਤੇ ਕੁਝ ਮਾੜਾ ਮੋਟਾ ਜੋੜਨਾ ਵੀ ਹੈ, ਆਪਣੇ ਅੱਗੇ ਅਸੀਂ ਕੋਈ ਘਰ ਲੈਣਾ, ਕੋਈ ਕਾਰ ਲੈਣੀ ਹੈ, ਕੋਈ ਇਨਵੈਸਟਮੈਂਟ ਕਰਨੀ ਹੈ ਤੇ ਉਹਦੇ ਵਾਸਤੇ ਵੀ ਸੀਗਾ। ਦੇਖੋ, ਤਿੰਨ ਤਰ੍ਹਾਂ ਦੇ ਚੈਲੰਜ ਉਸ ਟਾਈਮ ਤੇ ਸਾਨੂੰ ਆਮ ਇਨਸਾਨ ਨੂੰ ਫੇਸ ਕਰਨੇ ਪੈਂਦੇ ਸੀਗੇ। ਦੇਖੋ, ਆਉਣ ਤੋਂ ਬਾਅਦ ਮੈਨੂੰ ਲੱਗਦਾ ਹਰ ਪ੍ਰਵਾਸੀ ਵਾਸਤੇ ਹੀ ਇਹ ਚੈਲੰਜਸ ਜਿਹੜੇ ਹੈਗੇ ਆ, ਕਿਉਂਕਿ ਬੱਚਿਆਂ ਦਾ ਸੋਚਣਾ ਜਾਂ ਕਰਨਾ, ਪਰ ਉਸ ਟਾਈਮ ਵੀ ਪੈਸੇ ਪਿੱਛੇ ਵੀ ਭੇਜਣੇ ਔਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਭੈਣ ਭਰਾ ਨੂੰ ਇੱਥੇ ਬੁਲਾਉਣਾ, ਸੈੱਟ ਕਰਨਾ। ਹਾਂਜੀ, ਇਹ ਸਾਰਾ ਕੁਝ ਆ ਸਕਦਾ ਇਹਦੇ ਵਿੱਚ ਹੀ। ਠੀਕ ਹੈ ਜੀ। ਹਾਂਜੀ, ਇਹ ਆਉਂਦਾ, ਪਰ ਇੱਕ ਨਾਲ ਇਹ ਚੀਜ਼ ਮੈਂ ਕਹਾਂਗਾ ਕਿ ਜਿਹੜੇ ਅੱਜ ਸਾਡੇ ਪ੍ਰਵਾਸੀ ਪਰਿਵਾਰ ਇੱਥੇ ਆ ਰਹੇ ਨੇ ਤੇ PR ਹੋ ਕੇ ਆ ਰਹੇ ਨੇ, ਮੈਂ ਸਮਝਦਾ ਕਿ ਸਾਡੇ ਨਾਲ ਬਹੁਤ ਬੈਟਰ ਪੋਜੀਸ਼ਨ 'ਚ ਨੇ ਉਹ। ਉਸ ਟਾਈਮ ਤੇ ਹਰ ਇੱਕ ਦੀ ਐਕਸਪੈਕਟੇਸ਼ਨ ਇਹ ਸੀ ਕਿ ਤੁਸੀਂ ਕੈਨੇਡਾ ਜਾਵਾਂਗੇ, ਅਸੀਂ ਉੱਥੇ ਇੱਕ ਪੈਸੇ ਕਮਾਵਾਂਗੇ ਤੇ ਬਹੁਤੇ ਲੋਕ ਤਾਂ ਇਹ ਕਹਿੰਦੇ ਸੀ ਆਪਾਂ ਤੇ ਪੱਕੇ ਰਹਿਣਾ ਨਹੀਂ ਜੀ ਇੱਥੇ, ਅਸੀਂ ਤੇ ਪੈਸੇ ਕਮਾ ਕੇ ਵਾਪਸ ਚਲੇ ਜਾਣਾ, ਪਿੰਡਾਂ ਤੋਂ ਬਿਨਾਂ ਦਿਲ ਨਹੀਂ ਲੱਗਣਾ, ਜਾਂ ਉਹ ਸੋਚ ਸੀ ਉਦੋਂ। ਠੀਕ ਹੈ, ਪਰ ਗਿਆ ਇੱਥੋਂ ਕੋਈ ਨਹੀਂ, ਜਿਹੜੇ ਗਏ ਵੀ ਉਹ ਵਾਪਸ ਆ ਗਏ। ਨੰਬਰ 2, ਅੱਜ ਜਿਹੜੀ ਸਿਚੁਏਸ਼ਨ ਇਹ ਹੈ ਕਿ ਅੱਜ ਇੰਡੀਆ ਤੋਂ ਪੈਸੇ ਇੱਥੇ ਆ ਰਹੇ ਨੇ ਤੇ ਉਸ ਟਾਈਮ ਤੇ ਇੱਥੋਂ ਪੈਸੇ ਇੰਡੀਆ ਜਾ ਰਹੇ ਸੀਗੇ। ਨੰਬਰ 3, ਇੱਕ ਇਹ ਵੀ ਜ਼ਰੂਰੀ ਹੈ ਕਿ ਹੁਣ ਜਦੋਂ ਮੈਂ ਆਇਆ ਉਦੋਂ 8 ਰੁਪਏ ਦਾ ਡਾਲਰ ਸੀਗਾ। ਅੱਛਾ ਜੀ, 8 ਰੁਪਏ ਦਾ ਡਾਲਰ ਤੇ ਬਲੈਕ ਵਿੱਚ 11 ਰੁਪਏ ਦਾ ਮਿਲਦਾ ਸੀਗਾ, ਜਿਹੜੇ ਅਸੀਂ ਲੈ ਕੇ 11 ਬਲੈਕ 'ਚ ਆਏ ਹਾਂ ਉੱਥੋਂ ਉਸ ਟਾਈਮ ਦੇ ਉੱਤੇ। ਤੇ ਅੱਜ ਡਾਲਰ ਦੀ ਕੀਮਤ 60 ਰੁਪਏ ਹੈਗੀ ਆ। ਸੋ ਕਿੰਨਾ ਫਰਕ ਹੈ। ਜੇ ਡਾਲਰ ਕੈਨੇਡਾ ਤੋਂ ਇੰਡੀਆ ਨੂੰ ਜਾ ਰਿਹਾ ਹੈ ਤਾਂ ਉਹ ਲੋਟ ਆਫ ਮਨੀ ਬਣ ਜਾਂਦੀ ਹੈਗੀ। ਹਾਂਜੀ। ਤੋ ਇਫ ਆਈ ਗੋ ਵਨ ਸਟੈਪ ਬੈਕ, ਉਸ ਟਾਈਮ ਜਦੋਂ ਇਹ ਚੈਲੰਜਸ ਆਉਂਦੇ ਸੀਗੇ ਉਦੋਂ ਇਹ ਵੀ ਕਈ ਵਾਰੀ ਸ਼ੌਕ ਪੈਦਾ ਹੁੰਦਾ ਸੀ, ਜਾਂ ਤੁਹਾਡੇ ਪੇਰੈਂਟਸ ਮਾਂ-ਬਾਪ ਕਈ ਵਾਰੀ ਤੁਹਾਨੂੰ ਫੋਨ ਤੇ ਫੋਨ ਕਰਦੇ, ਜੇ ਚਿੱਠੀ ਪਾਉਂਦੇ ਸੀ ਵੀ ਨਾਲ ਦਾ ਕਿੱਲਾ ਮਿਲਦਾ ਉਹ ਵੀ ਲੈਣਾ, ਉਹ ਵੀ ਜ਼ਰੂਰੀ ਲੈ ਲਈਏ ਆਪਾਂ, ਜਾਂ ਵੱਡੀ ਕੋਠੀ ਪਾ ਲਈਏ, ਪਤਾ ਲੱਗੇ ਕੈਨੇਡਾ ਵਾਲਿਆਂ ਦੀ ਕੋਠੀ ਹੈ। ਸੋ ਇਸ ਕਰਕੇ ਵੀ ਜਿਹੜੇ ਲੋਕ ਇੱਥੇ ਸੀਗੇ ਉਹਨਾਂ 'ਤੇ ਇਸ ਗੱਲ ਦਾ ਪ੍ਰੈਸ਼ਰ ਵੀ ਪੈਂਦਾ ਸੀਗਾ, ਭਾਰ ਵੀ ਪੈਂਦਾ ਸੀਗਾ, ਕਿਉਂਕਿ ਇੰਡੀਆ ਬੈਠਾ ਕਈ ਵਾਰੀ ਬੰਦਾ ਇਸ ਗੱਲ ਨਹੀਂ ਸੋਚਦਾ ਕਿ ਉੱਥੋਂ ਕਿੰਨੇ ਔਖੇ ਹੋ ਕੇ ਪੈਸੇ ਕਮਾ ਕੇ ਇੱਥੇ ਭੇਜਣੇ ਪੈਂਦੇ ਹਨ। ਹਾਂਜੀ। ਤੇ ਜੇ ਗੱਲ ਸੋਸ਼ਲ ਲਾਈਫ ਦੀ ਕਰੀਏ, ਉਦੋਂ ਤੁਹਾਡਾ ਸੋਸ਼ਲ ਲਾਈਫ ਕਿਸ ਤਰ੍ਹਾਂ ਦੀ ਸੀ? ਕਿਵੇਂ ਇਕੱਠੇ ਮਿਲਦੇ ਸੀ? ਪਾਰਟੀਜ਼ ਵਗੈਰਾ ਜਾਂ ਹੋਰ ਐਂਟਰਟੇਨਮੈਂਟ ਦਾ ਕੀ ਤੁਹਾਡੇ ਉਦੋਂ ਸਾਧਨ ਸੀਗੇ? ਦੇਖੋ, ਸੋਸ਼ਲ ਲਾਈਫ ਜੋ ਉਸ ਟਾਈਮ ਦੀ ਸੀ ਉਹ ਬਹੁਤ ਲਿਮਿਟਿਡ ਸੀਗੀ ਜ਼ਰੂਰ, ਇਹ ਨਹੀਂ ਕਿ ਕੋਈ ਇਨਸਾਨ ਸੋਸ਼ਲ ਲਾਈਫ ਨਹੀਂ ਸੀਗੀ। ਸੋਸ਼ਲ ਲਾਈਫ ਇੱਕ ਇਨਸਾਨ ਦਾ ਡੇਲੀ ਜੀਵਨ ਦਾ ਇੱਕ ਬਹੁਤ ਅਹਿਮ ਪਾਰਟ ਹੈ। ਕਿਉਂਕਿ ਤੁਸੀਂ ਹਰ ਟਾਈਮ ਕੰਮ ਵੀ ਨਹੀਂ ਕਰ ਸਕਦੇ, ਤੁਸੀਂ ਹਰ ਟਾਈਮ ਦੇ ਵਿੱਚ ਅੰਦਰ ਵੜ ਕੇ ਵੀ ਨਹੀਂ ਰਹਿ ਸਕਦੇ। ਉਸ ਟਾਈਮ ਦੇ ਉੱਤੇ ਜਿਹੜੇ ਪਰਿਵਾਰ ਸੀ ਇੱਕ ਦੂਜੇ ਨੂੰ ਵੀਕਐਂਡ ਤੇ ਮਿਲਦੇ ਸੀ, ਇਕੱਠੇ ਬੈਠਦੇ ਸੀ, ਖਾਂਦੇ ਪੀਂਦੇ ਸੀ, ਬੱਚੇ ਇਕੱਠੇ ਖੇਲਦੇ ਸੀਗੇ, ਲੇਡੀਜ਼ ਇਕੱਠੀਆਂ ਹੋ ਕੇ ਆਪਣਾ ਗੱਲਾਂ ਬਾਤਾਂ ਕਰ ਲੈਂਦੀਆਂ ਸੀਗੀਆਂ, ਆਪਣੇ ਸੂਟਾਂ ਦੀਆਂ ਗੱਲਾਂ ਬਾਤਾਂ ਕਰ ਲੈਂਦੀਆਂ ਸੀਗੀਆਂ, ਬੰਦੇ ਆਪਣੇ ਕੰਮ ਦੀਆਂ ਗੱਲਾਂ ਬਾਤਾਂ ਕਰ ਲੈਂਦੇ ਸੀਗੇ। ਇਸ ਕਰਕੇ ਸੋਸ਼ਲ ਲਾਈਫ ਸੀਗੀ, ਪਰ ਜਿਹੜੀ ਬਾਹਰਲੀ ਲਾਈਫ ਸੀ ਬਹੁਤ ਘੱਟ ਸੀ। ਜਿਸ ਤਰ੍ਹਾਂ ਹੁਣ ਤਾਂ ਮੈਂ ਇਫ ਆਈ ਗੋ ਬੈਕ ਟੂ 1973-4, ਉਸ ਟਾਈਮ ਦੇ ਵਿੱਚ ਇੱਥੇ ਇੱਕ ਰੈਸਟੋਰੈਂਟ ਹੁੰਦਾ ਸੀਗਾ ਸ਼ੇਰਬੁੱਕ ਦੇ ਉੱਤੇ, ਹੁਣ ਉਹ ਬਿਲਡਿੰਗ ਨਹੀਂ ਹੈਗੀ। ਅੱਛਾ ਜੀ। ਉੱਥੇ ਕਦੀ ਫਿਲਮ ਲੱਗਦੀ ਹੁੰਦੀ ਸੀ, ਕੋਈ ਆ ਕੇ ਲਾਉਂਦੇ ਸੀਗੇ, ਤੇ ਆਪਣੇ ਇੱਥੇ ਮਿਸਟਰ ਪੁਰੀ, ਅਸ਼ੋਕ ਪੁਰੀ ਹੁੰਦੇ ਸੀ, ਤੇ ਇੱਕ ਤੁਹਾਨੂੰ ਇਹ ਪਤਾ ਹੋਣਾ, ਯਾਦ ਹੋਣਾ ਕਿ ਆਪਣੇ ਇੰਡੀਆ ਰੈਸਟੋਰੈਂਟ ਹੈਗਾ ਡਾਊਨ ਟਾਊਨ ਦੇ ਵਿੱਚ, ਮੈਨੂੰ ਹੁਣ ਪੂਰਾ ਨਾਂ ਨਹੀਂ ਯਾਦ ਆ ਰਿਹਾ,
ਮਹਿਰਾ ਫੈਮਿਲੀ ਹੈਗੀ, ਉਹਨਾਂ ਦਾ ਰੈਸਟੋਰੈਂਟ ਉਸ ਟਾਈਮ ਤੇ ਸੀਗਾ ਪਹਿਲਾਂ। ਜੀ ਜੀ। ਉਹ ਰਲ ਕੇ ਮੂਵੀ ਲਗਾਉਂਦੇ ਹੁੰਦੇ ਸੀਗੇ ਉੱਥੇ, ਹਿੰਦੀ ਜਾਂ ਪੰਜਾਬੀ? ਹਿੰਦੀ ਜਾਂ ਪੰਜਾਬੀ ਦੀ ਮੂਵੀ। ਅੱਛਾ ਜੀ। ਉਹ ਵਨਸ ਨੇ ਬਲੂ ਮੂਨ ਕਦੇ ਮਹੀਨੇ 2 ਮਹੀਨੇ ਬਾਅਦ ਆਉਂਦੀ ਸੀਗੀ, ਉਹ ਦੇਖਣ ਜਾਂਦੇ ਸੀਗੇ। ਸਾਰੇ ਪਰਿਵਾਰ ਉਦੋਂ ਤਕਰੀਬਨ ਕੋਸ਼ਿਸ਼ ਕਰਦੇ ਹੋਣਗੇ ਉਹ ਮੂਵੀ ਦੇਖਣ ਜਾਣ ਦੀ। ਹਾਂਜੀ। ਤੇ ਇੱਕ ਇੰਡੀਆ ਕਿੰਗ ਰੈਸਟੋਰੈਂਟ ਹੁੰਦਾ ਸੀਗਾ ਮੇਨ ਫਲੋਰ ਤੇ, ਉੱਪਰ ਉੱਪਰ ਰੈਸਟੋਰੈਂਟ ਸੀ ਤੇ ਨੀਚੇ ਹਾਲ ਸੀਗਾ, ਥੀਏਟਰ ਸੀਗਾ ਉਹਦੇ 'ਚ ਜੀ। ਸੋ ਦੈਟ ਵਾਸ ਵਨ ਆਫ ਦੈਮ। ਉਸ ਤੋਂ ਬਾਅਦ ਫਿਰ ਹੋਰ ਮੇਰੇ ਖਿਆਲ ਗੁਰਦਾਸ ਮਾਨ ਜੀ ਪਹਿਲੀ ਵਾਰ ਇੱਥੇ ਆਏ ਨੇ 78 ਦੇ ਵਿੱਚ ਜੀ। ਜਾਂ ਇਸ ਤਰ੍ਹਾਂ ਦਾ ਕੋਈ ਨਾ ਕੋਈ ਆਪਣੇ ਪ੍ਰੋਗਰਾਮ ਰਲ ਕੇ ਕਰ ਲੈਂਦੇ ਸੀਗੇ। ਜਿਵੇਂ ਹੁਣ ਰਾਜਮਾਨ ਸਾਹਿਬ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀਆਂ, ਉਦੋਂ ਕਾਫੀ ਪੰਜਾਬੀ ਸਿੰਗਰ ਆਉਂਦੇ ਰਹੇ, ਬਾਅਦ ਦੇ ਵਿੱਚੋਂ ਵੀ ਜਾਂ ਇਹ ਪ੍ਰੋਗਰਾਮ ਸ਼ੁਰੂ ਹੋਏ। ਇਹ ਥੋੜਾ ਲੇਟ ਹੋਏ ਨੇ, ਲੇਟ ਸ਼ੁਰੂ ਹੋਏ ਇਹ ਮਤਲਬ ਲੇਟ 70 ਦੇ ਜਾ ਕੇ ਸ਼ੁਰੂ ਹੋਏ ਨੇ। ਜਿਹੜੇ ਅਰਲੀ 70 ਦੇ ਸੀ ਨਾ, 72 ਤੋਂ ਲੈ ਕੇ 75 76 77 ਤੱਕ ਬਹੁਤ ਥੋੜਾ ਸੀਗਾ ਕੰਮ ਜੀ। ਸੋਸ਼ਲ ਲਾਈਫ ਦੀ ਗੱਲ ਕਰਦੇ ਕਰਦੇ ਮੇਰੇ ਮਾਈਂਡ 'ਚ ਆਇਆ ਵੀ ਕੋਈ ਇੰਡੀਅਨ ਸਟੋਰ ਸੀਗੇ ਜਿਵੇਂ ਆਪਣਾ ਸਾਰੇ ਤੁਹਾਨੂੰ ਗਰੋਸਰੀ ਜਾਂ ਉਹਦੇ 'ਚ ਕੋਈ ਪ੍ਰੋਬਲਮ ਆਉਂਦੀ ਸੀ ਜਾਂ ਕਿਵੇਂ ਕਹਿ ਸਕਦੇ? 72 ਦੇ ਵਿੱਚ ਇੱਥੇ ਇੱਕ ਸਟੋਰ ਹੁੰਦਾ ਸੀਗਾ, ਨਾਂ ਸੀ ਜੈਨ ਗਰੋਸਰੀ। ਓਕੇ, ਠੀਕ ਹੈ। ਉਹ ਜੈਨ ਸਾਹਿਬ, ਉਹ ਜੈਂਟਲਮੈਨ ਹੁਣ ਇਸ ਵੇਲੇ ਨਹੀਂ ਹੈਗੇ, ਪਤਾ ਨਹੀਂ ਕਿੱਥੇ ਨੇ। ਉਹਨਾਂ ਦਾ ਇੱਕ ਸਟੋਰ ਹੁੰਦਾ ਸੀਗਾ ਪੋਟੇਜਾਮੀ ਤੇ, ਜਿੱਥੇ ਕੋਈ CBC ਦਾ ਬਿਲਡਿੰਗ ਹੈਗੀ। ਠੀਕ ਹੈ ਜੀ। ਹਾਂਜੀ। ਉੱਥੋਂ ਬੇਸਿਕ ਚੀਜ਼ਾਂ ਮਿਲਦੀਆਂ ਸੀ, ਜਿਵੇਂ ਆਟਾ ਤੇ ਦਾਲਾਂ ਵਗੈਰਾ ਤੇ ਮਸਾਲੇ ਮਿਲ ਜਾਂਦੇ ਸੀਗੇ, ਜਿਵੇਂ ਅੱਜ ਦੇ ਇਲੈਬੋਰੇਟਡ ਸਟੋਰ ਨੇ, ਇਹ ਕੁਝ ਨਹੀਂ ਸੀਗਾ। ਉਹਨਾਂ ਨੇ ਮੇਰਾ ਖਿਆਲ ਆ ਵੀ ਪਹਿਲੇ ਕਈ ਸਾਲ ਉਹਨਾਂ ਕੱਲਿਆਂ ਦਾ ਸਟੋਰ ਹੀ ਰਿਹਾ ਇੱਥੇ, ਕਿਉਂਕਿ ਪਾਪੂਲੇਸ਼ਨ ਵੀ ਬਹੁਤ ਥੋੜੀ ਸੀਗੀ। ਬੇਸਿਕ ਨੀਡਸ ਦਾ ਸਮਾਨ ਤੁਹਾਨੂੰ ਉੱਥੇ ਮਿਲ ਜਾਂਦਾ। ਬੇਸਿਕ ਨੀਡ ਦਾ ਸਮਾਨ ਮਿਲ ਜਾਂਦਾ ਸੀਗਾ। ਉਸ ਤੋਂ ਬਾਅਦ ਜੇ ਮੈਨੂੰ ਪ੍ਰੋਪਰਲੀ ਯਾਦ ਆ, ਅਨਲੈਸ ਆਈ ਫੋਰਗੇਟ ਸਮਥਿੰਗ, ਕਿ ਡੀਨੋਜ਼ ਗਰੋਸਰੀ ਹੈ, ਇਹਨਾਂ ਨੇ ਡੀਨੋਜ਼ ਨੇ ਵੈਸਟਮਿੰਸਟਰ ਦੇ ਉੱਤੇ ਇੱਕ ਸਟੋਰ ਖੋਲ੍ਹਿਆ ਸੀਗਾ। ਸੋ ਹੁਣ ਡਾਊਨਟਾਊਨ 'ਚ ਹੈ, ਉਹਨਾਂ ਸਟੋਰ ਬਹੁਤ ਪੁਰਾਣਾ ਹੈਗਾ ਜੀ। ਫਿਰ ਬਾਅਦ ਦੇ ਵਿੱਚ ਕਈ ਮਤਲਬ ਨਵੇਂ ਹੁਣ ਤੇ ਘਰ ਬਹੁਤ ਹੀ ਹੈ, ਕਾਫੀ ਕੋਈ ਸਟੋਰ ਖੁੱਲ੍ਹ ਗਿਆ, ਪਰ ਉਸ ਟਾਈਮ ਤੇ ਬੇਸਿਕ ਲੋੜ ਵਾਸਤੇ ਇਹ ਅਵੇਲੇਬਲ ਸੀਗਾ, ਵੀ ਸਮਾਨ ਮਿਲ ਜਾਂਦਾ ਰਿਹਾ, ਕੋਈ ਇੰਨੀ ਪ੍ਰੋਬਲਮ ਨਹੀਂ ਸੀ ਨਾ, ਵੀ ਦਾਲਾਂ ਜਾਂ ਆਟਾ ਵਗੈਰਾ ਉਹ ਹੈ ਸੀ ਉਦੋਂ ਵੀ। ਨਵਨੀਤ ਗੱਲ ਇਹ ਆ ਵੀ ਉਸ ਟਾਈਮ ਤੇ ਜਿਹੜੇ ਉਹ ਪਰਿਵਾਰ ਸੀ ਨਾ, ਉਹਨਾਂ ਦੀ ਲੋੜਾਂ ਵੀ ਬਹੁਤ ਸੀਮਤ ਸੀਗੀਆਂ। ਹੁਣ ਵਾਲੇ ਜਿਹੜੇ ਐਲੈਬੋਰੇਟਡ ਮੈਨੂਜ਼ ਨਹੀਂ ਸੀ ਹੁੰਦੇ ਸਾਡੇ ਕੋਲ ਜੀ। ਹਾਂਜੀ, ਕਿਉਂਕਿ ਜਿਹੜੀ ਜਨਰਲ ਗਰੋਸਰੀ ਹੈ, ਜਿਵੇਂ ਤੁਸੀਂ ਮੀਟ ਲੈ ਕੇ ਆਉਣਾ, ਦੁੱਧ ਲੈ ਕੇ ਆਉਣਾ, ਚੀਜ਼ ਲੈ ਕੇ ਆਉਣੀ, ਇਹ ਸਾਰਾ ਕੁਝ ਸਾਨੂੰ ਸੇਫ ਤੇ ਮਿਲ ਜਾਂਦਾ ਸੀਗਾ ਜੀ। ਪਰ ਜਿਹੜੀਆਂ ਸਪੈਸੀਫਿਕ ਚੀਜ਼ਾਂ ਸੀ, ਜਿਵੇਂ ਖਾਸ ਕਰਕੇ ਮਸਾਲੇ, ਉਹ ਸਿਰਫ ਆਪਣੀ ਦੁਕਾਨਾਂ ਤੋਂ ਮਿਲਦੇ ਸੀਗੇ ਤੇ ਆਪਣੀਆਂ ਦੁਕਾਨਾਂ ਉਸ ਬਹੁਤ ਲਿਮਿਟਡ ਸੀਗੀਆਂ ਤੇ ਲੋਕ ਵੀ ਥੋੜੇ ਸੀਗੇ ਤੇ ਸਪਲਾਈ ਵੀ ਉਨੀ ਕੀ ਲੋੜ ਸੀ। ਜਿਵੇਂ ਅੱਜ ਸੁਪਰ ਸਟੋਰ 'ਚ ਜਾਂ ਵਾਲਮਾਰਟ ਸਾਰਾ ਸਮਾਨ ਮਿਲਦਾ ਹੈ, ਉਦੋਂ ਕਿਸੇ ਕੈਨੇਡੀਅਨ ਸਟੋਰ 'ਚ ਆਪਣਾ ਸਮਾਨ ਨਹੀਂ ਸੀ ਮਿਲਦਾ। ਠੀਕ ਹੈ। 50 ਸਾਲ ਦਾ ਲੰਬਾ ਸਮਾਂ ਤੁਸੀਂ ਜਿਹੜਾ ਇੱਥੇ ਹੰਢਾਇਆ, ਤੇ ਬੇਦੀ ਸਾਹਿਬ ਕਿਵੇਂ ਫੀਲ ਕਰਦੇ ਹੋ? ਕੀ ਤੁਹਾਡੇ ਮਨ 'ਚ ਆਉਂਦਾ ਹੁਣ 50 ਸਾਲ ਦਾ ਅਰਸਾ, ਲੰਬਾ ਸਮਾਂ ਇੱਥੇ ਗੁਜ਼ਾਰਨ ਤੋਂ ਬਾਅਦ ਸੈਟੀਸਫਾਈਡ ਹੋ ਆਪਣੀ ਇੱਥੋਂ ਦੀ ਕੈਨੇਡੀਅਨ ਲਾਈਫ ਤੋਂ? ਦੇਖੋ ਜੀ, ਅਕਾਲ ਪੁਰਖ ਨੇ ਜਿਵੇਂ ਜਿਵੇਂ ਇਹ ਸਾਡੀ ਲਿਖਤ ਕੀਤੀ ਸੀਗੀ, ਉਹਦੇ ਮੁਤਾਬਕ ਸਾਰਾ ਕੁਝ ਪੂਰਾ ਸਾਡਾ ਇਹ ਜੀਵਨ ਨਿਰਵਾਹ ਹੋਇਆ, ਜੀਵਨ ਗੁਜ਼ਰਿਆ। ਤੇ ਮੈਂ ਸਮਝਦਾ ਕਿ ਅਕਾਲ ਪੁਰਖ ਨੇ ਕੋਈ ਕਸਰ ਨਹੀਂ ਛੱਡੀ ਸਾਨੂੰ ਖੁਸ਼ ਰੱਖਣ 'ਚ, ਸਾਨੂੰ ਸੁੱਖ ਦੇਣ 'ਚ, ਸਾਨੂੰ ਚੈਲੰਜਸ ਦੇ ਵਿੱਚ ਵੀ ਸਾਡੇ ਨਾਲ ਅਕਾਲ ਪੁਰਖ ਦਾ ਮਿਹਰਾਂ ਭਰਿਆ ਸਾਡੇ ਸਿਰ 'ਤੇ ਰਿਹਾ। ਕੋਈ ਸਾਨੂੰ ਕੋਈ ਇਸ ਵੇਲੇ ਐਸੀ ਕੋਈ ਵੀ, ਮੈਂ ਨਹੀਂ ਕਹਦਾ ਸਾਨੂੰ ਕੋਈ ਰਿਗਰੈਟ ਹੋਵੇ ਇਸ ਵੇਲੇ, ਹਾਂਜੀ। ਪਰ ਸੇਮ ਟਾਈਮ ਜਿੰਨਾ ਵੀ ਹੋ ਸਕਿਆ ਅਸੀਂ ਉਸ ਟਾਈਮ ਦੇ ਸਮੇਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਅਸੀਂ ਬੁਲਾਇਆ ਇੱਥੇ, ਆਪਣੇ ਰਿਸ਼ਤੇਦਾਰਾਂ ਨੂੰ ਜਾਂ ਹੋਰ ਸਾਡੇ ਕੋਈ ਦੋਸਤ ਮਿੱਤਰ ਨੇ, ਅਸੀਂ ਉਹਨਾਂ ਦੀ ਮਦਦ ਕਰ ਸਕਣੇ, ਸਾਨੂੰ ਦਿਲ ਕੀਤਾ, ਉਹ ਵੀ ਅਸੀਂ ਕੀਤੀ ਹੈ। ਸਾਨੂੰ ਉਸ ਗੱਲੋਂ ਸਾਡਾ ਮਨ ਖੁਸ਼ ਹੈ, ਸਾਡਾ ਮਨ ਸੈਟੀਸਫਾਈਡ ਹੈ। ਬੇਦੀ ਸਾਹਿਬ, ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਇੱਥੇ ਸੁਸਾਇਟੀ 'ਚ ਵਿਚਰਦਿਆਂ ਦੇਖ ਰਹੇ ਹਾਂ, ਬੜੀ ਅੱਛੀ ਤਰ੍ਹਾਂ ਤੁਸੀਂ ਹਰ ਜ਼ਰੂਰਤਮੰਦ ਦੀ ਹੈਲਪ ਕਰਦੇ ਹੋ, ਆਪਣੇ ਕੰਮ ਨੂੰ ਬੜੀ ਇਮਾਨਦਾਰੀ ਨਾਲ ਕਰ ਰਹੇ ਹੋ, ਬੱਚੇ ਤੁਹਾਡੇ ਬੜੇ ਸਫਲ ਨੇ। ਕੀ ਤੁਹਾਡੇ ਇਹਦੇ ਪਿੱਛੇ ਐਫਰਟਸ, ਕਿਸ ਤਰ੍ਹਾਂ ਤੁਸੀਂ ਇਹ ਸਾਰਾ ਕੁਝ ਕੀਤਾ ਤਾਂ ਕਿ ਅਸੀਂ ਨਵੇਂ ਇਮੀਗ੍ਰੈਂਟਸ ਵੀ ਇਹਦੇ ਤੋਂ ਕੁਝ ਨਾ ਕੁਝ ਸਿੱਖ ਸਕੀਏ? ਜੀ, ਇਹ ਮੇਰੀ ਲਾਈਫ ਬਾਰੇ ਨਿੱਜੀ ਸਵਾਲ ਹੈ ਤੇ ਮੈਂ ਇਹਦੇ ਬਾਰੇ ਤੁਹਾਨੂੰ ਜਿੰਨਾ ਕੁ ਠੀਕ ਸਮਝਾਂਗਾ ਉਹ ਮੈਂ ਦੱਸ ਦੇਵਾਂਗਾ। ਕਿ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਗੁਰਬਾਣੀ 'ਚ ਆਉਂਦਾ ਨਾ ਕਿ ਸਹਿਜ ਸਿਆਣਪਾਂ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ। ਆਪਾਂ ਸਾਰੇ ਲੋਕ ਸਕੀਮਾਂ ਪਲਾਨਾਂ ਆਪਣੀ ਜ਼ਿੰਦਗੀ 'ਚ ਕਰਦੇ ਹਾਂ, ਪਰ ਅਕਾਲ ਪੁਰਖ ਦਾ ਕੀ ਪਲਾਨ ਹੈ ਤੁਹਾਡੇ ਬਾਰੇ, ਉਹਦੇ ਨੂੰ ਮੰਨਣਾ ਹੀ ਪੈਂਦਾ। ਤੇ ਉਹ ਮੈਂ ਸਮਝਦਾ ਕਿ ਅਕਾਲ ਪੁਰਖ ਦਾ ਪਲਾਨ ਸਾਡੇ ਵਾਸਤੇ ਬੜਾ ਚੰਗਾ ਸੋਹਣਾ ਸੀਗਾ। ਮੇਰੇ 3 ਬੱਚੇ ਨੇ ਜੀ। ਮੇਰੀ ਵੱਡੀ ਬੇਟੀ ਅੰਜੂ ਹੈ, ਛੋਟਾ ਮੇਰਾ ਬੇਟਾ ਉਸ ਤੋਂ ਹੈਗਾ ਆਕਾਸ਼, ਤੇ ਛੋਟੀ ਬੇਟੀ ਕਿਰਨ ਹੈ। ਸੋ ਰੱਬ ਨੇ 3 ਬੱਚੇ ਮੈਨੂੰ ਦਿੱਤੇ ਨੇ।
ਔਰ ਗੁਰੂ ਦੀ ਕਿਰਪਾ ਹੈ ਕਿ ਤਿੰਨੋਂ ਬੱਚੇ ਯੂਨੀਵਰਸਿਟੀ ਚੋਂ ਡਬਲ ਡਿਗਰੀਜ਼ ਪਾਸ ਨੇ। ਉਹ ਮੇਰੀ ਬੇਟੀ ਅੰਜੂ WCV ਦੇ ਵਿੱਚ ਮੈਨੇਜਮੈਂਟ ਪੋਜੀਸ਼ਨ ਦੇ ਵਿੱਚ ਹੈਗੀ ਹੈ, ਉਹਦਾ ਹਸਬੈਂਡ ਮੈਨੇਜਮੈਂਟ ਅਕਾਊਂਟੈਂਟ ਹੈ ਜੀ। ਆਕਾਸ਼ ਨੂੰ ਤੁਸੀਂ ਜਾਣਦੇ ਹੀ ਹੋ, ਹੀ ਇਜ਼ ਸਕਸੈਸਫੁਲ ਰੀਅਲਟਰ ਐਂਡ ਬਿਜ਼ਨਸਮੈਨ। He owns Remax Executive Realty as well as he is also a president of the Winnipeg Real Estate Board. ਤੇ ਉਹਦੀ ਵਾਈਫ ਨੀਤੂ, she worked for Justice Department. She is area director for the province of Manitoba and Interlake, ਸਾਰਾ ਉਹਦੇ ਅੰਡਰ ਹੈ ਜੀ। ਤੇ ਕਿਰਨ ਮੇਰੀ ਛੋਟੀ ਬੇਟੀ, ਉਹ ਰੈਡ ਰਿਵਰ ਕਾਲਜ ਦੇ ਵਿੱਚ ਲੈਕਚਰਰ ਲੱਗੀ ਹੋਈ ਹੈ ਤੇ ਉਹਦੇ ਹਸਬੈਂਡ ਗਗਨਦੀਪ ਸਿੰਘ ਲਾਇਰ ਨੇ। ਸੋ ਮੈਂ ਸਮਝਦਾ ਕਿ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਉਹਨਾਂ ਸਾਨੂੰ ਚੰਗੇ ਬੱਚੇ ਦਿੱਤੇ ਨੇ ਜਿਹੜੇ ਸਕਸੈਸਫੁਲ ਨੇ, ਔਰ ਉਹਨਾਂ ਦੇ ਸਪਾਊਸਸ ਵੀ ਉਹਨਾਂ ਦੇ ਨਾਲ ਸਕਸੈਸਫੁਲ ਨੇ। ਮੈਂ ਇਨ ਐਡੀਸ਼ਨ ਟੂ ਦੈਟ, ਜਿੱਥੇ ਅਕਾਲ ਪੁਰਖ ਦੀ ਬਖਸ਼ਿਸ਼ ਹੈ ਉਹਦੇ ਨਾਲ ਮੈਂ ਇਹ ਕਹਾਂਗਾ ਕਿ ਇੱਕ ਥੋੜ੍ਹੇ ਚੰਗੇ ਸਾਥੀ ਦਾ ਜਿਹੜਾ ਸਾਥ ਹੈ ਤੇ ਉਹਦਾ ਇਨਪੁਟ ਬਹੁਤ ਜ਼ਰੂਰੀ ਹੈ। ਮੈਂ ਸਮਝਦਾ ਕਿ ਇਹਦੇ 'ਚ ਖਾਲੀ ਸਮਝਦਾ ਨਹੀਂ, ਮੈਂ ਸ਼ੋਰ ਹਾਂ ਕਿ ਇਹ ਸਾਰੇ ਸਕਸੈਸ ਦੇ ਪਿੱਛੇ ਮੇਰੀ ਵਾਈਫ ਪਰਮਜੀਤ ਦਾ ਬਹੁਤ ਹੱਥ ਹੈ। ਕਿੰਨੇ ਪਰਸੈਂਟ? ਆਈ ਥਿੰਕ ਮੈਜੋਰਿਟੀ ਆਫ ਹਰ ਜੀ। ਮੈਂ ਐਕਚੁਅਲੀ ਪਰਸਨਲੀ ਮੇਰਾ ਧਿਆਨ ਜ਼ਿਆਦਾ ਕਮਾਉਣ 'ਚ ਹੈ ਤੇ ਜਾਂ ਉਸ ਚੀਜ਼ ਨੂੰ ਪ੍ਰੋਵਾਈਡ, ਆਮ ਅ ਪ੍ਰੋਵਾਈਡਰ ਜੀ। ਸ਼ੀ ਇਜ਼ ਆਲ ਰਾਊਂਡਰ ਤੇ ਉਹਨੇ ਜੋ ਵੀ ਇਹ ਸਕਸੈਸ ਹੈ, ਜਿਸ ਤਰ੍ਹਾਂ ਉਹਨੇ ਬੱਚਿਆਂ ਨੂੰ ਪਾਲਿਆ ਪੜ੍ਹਾਇਆ, ਬੈਲੈਂਸ ਰੱਖਿਆ ਜ਼ਿੰਦਗੀ ਦੇ ਵਿੱਚ, ਆਈ ਥਿੰਕ ਆਮ ਹੀ ਵੈਸੇ ਵੀ ਇੱਕ ਮਦਰ ਦਾ ਬੜਾ ਰੋਲ ਹੁੰਦਾ ਜ਼ਿੰਦਗੀ ਦੇ ਵਿੱਚ, ਖਾਸ ਕਰਕੇ ਬੱਚਿਆਂ ਦੀ ਜ਼ਿੰਦਗੀ 'ਚ ਮਦਰ ਦਾ ਬੜਾ ਰੋਲ ਹੁੰਦਾ। ਐਂਡ ਸ਼ੀ ਇਜ਼ ਐਨ ਆਈਡੀਅਲ ਮਦਰ। ਉਹਨੇ ਹਰ ਪੱਖੋਂ ਉਹਨੂੰ ਮਤਲਬ ਵੀ ਉਹਨਾਂ ਬੱਚਿਆਂ ਨੂੰ ਪਾਲਣ ਪੋਸ਼ਣ ਕੀਤਾ ਉਹਨਾਂ ਦਾ। ਤੇ ਜਿੱਥੋਂ ਤੱਕ ਬਿਜ਼ਨਸ ਦਾ ਤਾਲੁਕ ਹੈਗਾ, ਮੈਂ ਸਕਸੈਸਫੁਲ ਹੋਇਆ ਕਿਉਂਕਿ ਮੈਂ ਰੀਅਲ ਸਟੇਟ ਦਾ ਕੰਮ ਸ਼ੁਰੂ ਕੀਤਾ ਸੀਗਾ। ਬਾਅਦ ਦੇ ਵਿੱਚ ਮੇਰਾ ਬੇਟਾ ਮੈਨੂੰ ਜੁਆਇਨ ਕਰ ਗਿਆ। ਇਨ ਦ ਮੇਨ ਟਾਈਮ ਅਸੀਂ ਬੰਬੇ ਫੈਸ਼ਨ ਸ਼ੁਰੂ ਕੀਤਾ, ਉਹ 'ਚ ਮੇਰੀ ਵਾਈਫ ਨੇ ਕਾਫੀ ਮਿਹਨਤ ਕੀਤੀ ਔਰ ਉਹਦੇ 'ਚ ਵੀ ਸਕਸੈਸ ਹੋਈ। ਹੁਣ ਅਸੀਂ ਵੀ ਆਰ ਸਕੇਲਿੰਗ ਬੈਕ ਆਰ ਸੈਲਫ ਤੇ ਹੁਣ ਆਕਾਸ਼ ਲੁੱਕ ਆਫਟਰ ਕਰਦਾ ਸਾਰਾ ਬਿਜ਼ਨਸ। ਪਰ ਨਾਲ ਇਹ ਹੁੰਦਾ ਕਿ ਤੁਸੀਂ ਨਾ ਜਿਹੜਾ ਪੈਸੇ ਕਮਾਉਣੇ ਨਾ ਜ਼ਰੂਰੀ ਨਹੀਂ ਹੁੰਦੇ, ਜਿੰਨੇ ਕਿ ਪੈਸੇ ਉਹਨੂੰ ਸੰਭਾਲਣਾ ਵੀ ਜ਼ਰੂਰੀ ਹੁੰਦਾ। ਜਾਂ ਤੁਸੀਂ ਜੋ ਆਪਣਾ ਸਤਿਕਾਰ ਹੈ ਜਾਂ ਮਾਣ ਹੈ ਉਹ ਬਣਾਉਣਾ ਹੁੰਦਾ। ਪੈਸੇ ਤਾਂ ਹਰ ਬੰਦਾ ਕਮਾ ਲੈਂਦਾ, ਪਰ ਸਤਿਕਾਰ ਜਿਹੜਾ ਹੈ, ਜੋ ਆਪਣੀ ਇੱਜ਼ਤ ਮਾਣ ਕਮਾਉਣਾ ਬੜਾ ਔਖਾ ਹੁੰਦਾ ਹੈ। ਉਹ ਤੁਸੀਂ ਤਾਂ ਕਮਾ ਸਕਦੇ ਤੁਹਾਡੇ ਦਿਲ ਦੇ ਵਿੱਚੋਂ ਲੋਕਾਂ ਬਾਰੇ ਸ਼ੁਭ ਇਛਾਵਾਂ ਹੋਣ, ਤੁਸੀਂ ਹੈਲਪਫੁਲ ਹੋਵੋ, ਤੁਸੀਂ ਇਮਾਨਦਾਰੀ ਨਾਲ ਕੰਮ ਕਰੋ। ਇਮਾਨਦਾਰੀ ਨਾਲ ਹਾਂਜੀ। ਜਦੋਂ ਅਕਾਲ ਪੁਰਖ ਤੁਹਾਨੂੰ ਸਭ ਕੁਝ ਦੇ ਰਿਹਾ, ਤੁਹਾਨੂੰ ਫਿਰ ਨਾ ਇਮਾਨਦਾਰੀ ਹੋਣ ਦਾ ਮਤਲਬ ਹੀ ਕੋਈ ਨਹੀਂ ਹੈ। ਵੈਸੇ ਤਾਂ ਆਪਾਂ ਕਾਫੀ ਗੱਲਾਂ ਡਿਟੇਲ 'ਚ ਕੀਤੀਆਂ ਨੇ, ਪਰ ਫਿਰ ਵੀ ਮੈਨੂੰ ਲੱਗਦਾ ਵੀ ਨਵੇਂ ਇਮੀਗ੍ਰੈਂਟਸ ਵਾਸਤੇ ਕੋਈ ਮੈਸੇਜ ਜਿਹੜਾ ਤੁਸੀਂ ਪ੍ਰੋਗਰਾਮ ਦੇ ਅਖੀਰ ਵਿੱਚ ਦੇਣਾ ਚਾਹੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਕਿਸੇ ਨੂੰ ਮਤ ਦੇਣ ਤੋਂ ਪਹਿਲਾਂ ਬੰਦਾ ਆਪ ਉਸ ਲਾਇਕ ਹੋਵੇ। ਤੇ ਮੈਂ ਸਮਝਦਾ ਹਾਂ ਕਿ ਮੈਂ ਜਿੰਨੀ ਕਿ ਮੇਰੀ ਮਤ ਹੈਗੀ, ਮੈਂ ਉਨੀ ਗੱਲ ਕਹਿ ਸਕਦਾ, ਦੱਸ ਸਕਦਾ ਕਿ ਅਸੀਂ ਜੋ ਆਪਣੇ ਸ਼ਾਰਟਕਮਿੰਗਸ ਤੋਂ, ਆਪਣੀ ਕਮਜ਼ੋਰੀਆਂ ਤੋਂ ਜੋ ਸਿੱਖਿਆ, ਉਹਨਾਂ ਬਾਰੇ ਮੈਂ ਦੱਸਦਾ ਕਿ ਸਾਡੇ, ਜਦੋਂ ਮੈਂ ਆਪਣੀ ਗੱਲ ਕਰਦਾ ਕਿ ਮੈਂ ਆਪਣੇ ਜਨਰਲ ਆਪਦੇ ਹਾਣੀਆਂ ਦੀ, ਆਪਦੇ ਪਰਿਵਾਰਾਂ ਦੀ ਗੱਲ ਕਰਦਾ ਜੀ। ਜ਼ਿੰਦਗੀ ਦੇ ਵਿੱਚ ਕਈ ਵਾਰ ਮੇਰੇ ਐਸੇ ਦੋਸਤ ਨੇ ਜਿਨ੍ਹਾਂ ਨੇ ਪੈਸੇ ਕਮਾਉਣ ਦੀ ਖਾਤਰ ਉਹਦੇ ਪਰਿਵਾਰ ਨੂੰ ਇਗਨੋਰ ਕਰ ਦਿੱਤਾ। ਮੀਨਿੰਗ ਦੈਟ ਉਹਨਾਂ ਨੇ ਆਪਣਾ ਜ਼ਿਆਦਾ ਸਮਾਂ ਕੰਮ 'ਤੇ ਬਿਤਾਇਆ ਜਾਂ ਪਰਿਵਾਰ ਦੇ ਵਿੱਚ ਉਹ ਸਹਿਚਾਰ, ਉਹ ਕੋਆਪਰੇਸ਼ਨ, ਉਹ ਪਿਆਰ ਸਤਿਕਾਰ ਨਹੀਂ ਰੱਖਿਆ। ਉਹਨਾਂ ਨੇ ਆਪਣੇ ਬੱਚੇ ਉੱਥੋਂ ਗਵਾ ਲਏ। ਜਿਹੜੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਬਰਾਬਰ ਸਮਾਂ ਦੇ ਕੇ ਬੈਲੈਂਸ ਲਾਈਫ ਰੱਖੀ ਹੈ, ਉਹਨਾਂ ਦੇ ਬੱਚੇ ਜਿਹੜੇ ਨੇ ਉਹ ਅੱਜ ਵੀ ਸਾਰੇ ਸਕਸੈਸਫੁਲ ਨੇ। ਐਂਡ ਜਿਹੜੇ ਮੈਜੋਰਟੀ ਲੋਕ ਆਏ ਨੇ ਸਾਡੇ ਨਾਲ ਦੇ, ਉਹ ਸਭ ਦੇ, ਬਹੁਤ ਲੋਕਾਂ ਦੇ ਬੱਚੇ ਸਕਸੈਸਫੁਲ ਨੇ ਔਰ ਹੁਣ ਤੀਸਰੀ ਪੀੜ੍ਹੀ ਹੈ। ਔਰ ਕੋਈ ਐਸੇ ਹੈਗੇ ਨੇ ਜਿਹੜੇ ਨਹੀਂ ਕਰ ਸਕੇ। ਚਲੋ ਹੋ ਸਕਦਾ ਉਹਨੇ ਕਿ ਆਪਣੀ ਮਜਬੂਰੀ ਹੋਵੇ, ਮੈਂ ਨਹੀਂ ਕਹਿੰਦਾ, ਪਰ ਫਿਰ ਵੀ ਇਨ ਜਨਰਲ ਮੈਂ ਇਹ ਕਹਾਂਗਾ ਕਿ ਹਰ ਮਾਂ ਵਾਸਤੇ ਜੋ ਸਾਡੀ ਪੀੜ੍ਹੀ ਨਾਲ ਜਾਂ ਜੋ ਸਾਡਾ ਆਪਣਾ ਤਜਰਬਾ ਹੈ ਕਿ ਤੁਹਾਨੂੰ ਆਪਣੇ ਬੱਚਿਆਂ ਨਾਲ ਤੁਹਾਨੂੰ ਦੋਸਤਾਨਾ ਰਿਲੇਸ਼ਨ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ। ਤੁਹਾਨੂੰ ਬੱਚੇ ਨਾਲ ਤੁਹਾਡਾ ਬੱਚੇ ਦਾ ਕੌਨਫੀਡੈਂਸ ਲੈਣਾ ਤੇ ਬੱਚੇ ਨੂੰ ਕੌਨਫੀਡੈਂਸ ਦੇਣਾ ਬਹੁਤ ਜ਼ਰੂਰੀ ਹੈ, ਤਾਂ ਕਿ ਤੁਹਾਡਾ ਬੱਚਾ ਜੇ ਉਹਨੂੰ ਕੋਈ ਬਾਹਰ ਤਕਲੀਫ ਹੈ ਜਾਂ ਉਹਨੂੰ ਕੋਈ ਮੁਸ਼ਕਿਲ ਆ ਰਹੀ, ਉਹ ਤੁਹਾਡੇ ਨਾਲ ਆ ਕੇ ਸਾਂਝੀ ਕਰ ਸਕੇ। ਤੁਸੀਂ ਜੇ ਉਸ ਬੱਚੇ ਨੂੰ ਸਮਝ ਸਕਦੇ ਹੋ, ਬਜਾਏ ਕਿ ਉਹਨੂੰ ਝਿੜਕਣ ਦੇ, ਤੁਸੀਂ ਉਹਦੀ ਅੰਡਰਸਟੈਂਡ ਕਰਕੇ ਉਹਦੇ ਨਾਲ ਉਸੇ ਲੈਵਲ 'ਤੇ ਉਹਦੇ ਨਾਲ ਗੱਲ ਕਰੋ। ਤੇ ਆਈ ਥਿੰਕ ਦੈਟਸ ਅ ਵੈਰੀ ਪੋਜ਼ੀਟਿਵ ਓਪੀਨੀਅਨ ਦੈਟ ਆਈ ਵੁੱਡ ਲਾਈਕ ਟੂ ਪ੍ਰੋਵਾਈਡ ਟੂ ਐਵਰੀਬਾਡੀ। ਦੂਸਰੀ ਗੱਲ ਹੈ ਵੀ ਜਿਹੜਾ ਸਮਾਂ ਹੈ ਅੱਜ ਕੱਲ੍ਹ, ਕਿਉਂ ਗੈਜਟਸ ਬਹੁਤ ਆ ਗਏ ਨੇ ਤੇ ਅਨਫੋਰਚੂਨੇਟਲੀ ਅਸੀਂ ਬਹੁਤ ਸਾਰੇ
ਲੋਕ ਜਿਹੜੇ ਆ ਉਹ ਗੈਜਟ ਤੇ ਸਮਾਂ ਬਤੀਤ ਕਰਦੇ ਆ, ਜੀ ਉਹਨੂੰ ਘਟਾ ਕੇ ਉਹ ਸਮਾਂ ਜਿਹੜਾ ਹੈ ਉਹ ਤੁਸੀਂ ਆਪਣੇ ਬੱਚਿਆਂ ਨਾਲ ਜ਼ਰੂਰ ਸਪੈਂਡ ਕਰਿਆ ਕਰੋ। ਤੇ ਵਨ ਮੋਰ ਕਿ ਜੇ ਤੁਸੀਂ ਇਕੱਠੇ ਬੈਠ ਕੇ ਇੱਕ ਟੇਬਲ ਤੇ ਸ਼ਾਮ ਦਾ ਖਾਣਾ ਖਾ ਸਕਦੇ ਆ, ਉਹ ਜਿਹੜਾ ਸਮਾਂ ਹੈ ਉਹ ਬਿਲਕੁਲ ਗਨੀਮਤ ਸਮਾਂ ਹੈ, ਉਹ ਤੁਹਾਨੂੰ ਮੁੜ ਕੇ ਨਹੀਂ ਮਿਲਣਾ। ਜੀ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਬੱਚੇ ਯੂਨੀਵਰਸਿਟੀ ਚਲੇ ਜਾਂਦੇ ਨੇ, ਬੱਚੇ ਹੋਰ ਸ਼ਹਿਰਾਂ 'ਚ ਚਲੇ ਜਾਂਦੇ ਨੇ ਜਿੱਥੇ ਉਹਨਾਂ ਨੇ ਜੌਬ ਕਰਨੀ ਜਾਂ ਪੜ੍ਹਾਈ ਕਰਨੀ ਹੈ, ਮੁੜ ਕੇ ਤੁਸੀਂ ਉਡੀਕਦੇ ਹੋ ਉਹਨਾਂ ਨੂੰ ਕਿ ਕਦੋਂ ਆਉਣਗੇ ਤੇ ਅਸੀਂ ਇਕੱਠੇ ਬੈਠਾਂਗੇ। ਹੁਣ ਜਦੋਂ ਬੱਚੇ ਤੁਹਾਡੇ ਘਰ ਨੇ, ਛੋਟੇ ਨੇ, ਉਹਨਾਂ ਨਾਲ ਬੈਠ ਕੇ ਤੁਸੀਂ ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਨਾਲ ਬੈਠ ਕੇ ਖਾਣਾ ਖਾਓ, ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ, ਔਰ ਉਹਨਾਂ ਨੂੰ ਆਪਦੇ ਪਿਛੋਕੜ ਬਾਰੇ ਜ਼ਰੂਰ ਨਾਲ ਦੱਸਦੇ ਰਹੋ। ਜੀ ਇਹ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ ਵੀ ਬੱਚਿਆਂ ਦੀਆਂ ਛੋਟੀਆਂ ਗੱਲਾਂ 'ਚ ਇਨਵੋਲਵ ਹੋਵੋ। ਪਰ ਇਹੀ ਗੱਲ ਤੁਹਾਡੀ ਹੈ ਵੀ ਵੱਡੇ ਘਰ ਜਾਂ ਹੋਰ ਬਿਜ਼ਨਸ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਕਈ ਵਾਰੀ ਆਪਣੇ ਬੱਚੇ ਅਸੀਂ ਇਗਨੋਰ ਕਰ ਦਿੰਦੇ ਹਾਂ, ਉਹਨੂੰ ਥੋੜਾ ਉਹਦੇ ਤੋਂ ਸਾਨੂੰ ਬਚਣਾ ਚਾਹੀਦਾ। ਮੈਂ ਮਤਲਬ ਇਹ ਵੀ ਕਹਾਂਗਾ ਨਾ ਕਿ ਵੱਡੇ ਘਰ ਲੈਣੇ, ਬਿਜ਼ਨਸ ਤਰੱਕੀ ਕਰਨੀ, ਇਹ ਵੀ ਜ਼ਰੂਰੀ ਹੈ, ਆਪਾਂ ਕਰ ਸਕਦੇ ਹਾਂ, ਪਰ ਬੈਲੈਂਸ ਰੱਖ ਕੇ। ਅਸੀਂ ਓਵਰਨਾਈਟ ਰਿਚ ਹੋਣ ਦੀ ਜੇ ਕੋਸ਼ਿਸ਼ ਨਾ ਕਰੀਏ ਤੇ ਸਕਸੈਸ ਆ ਜਾਂਦੀ ਹੈ, ਸਮੇਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਇਨ ਰਿਲੇਟਿਵ ਟਰਮਸ। ਜੀ ਬਹੁਤ ਧੰਨਵਾਦ ਜੀ, ਸਮਾਂ ਦੇਣ ਲਈ। ਬਹੁਤ ਵਧੀਆ ਗੱਲਬਾਤ ਹੋਈ ਔਰ ਆਉਣ ਵਾਲੇ ਸਮੇਂ 'ਚ ਫੇਰ ਕਿਸੇ ਵੇਲੇ ਗੱਲਬਾਤ ਕਰਦੇ ਰਹਾਂਗੇ। ਤੁਹਾਡਾ ਵੀ ਬਹੁਤ ਧੰਨਵਾਦ ਹੈ, ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਹੈ ਤੇ ਮੈਂ ਸਮਝਦਾ ਕਿ ਵੀ ਮੇਰੀ ਜੋ ਸਾਡੀਆਂ ਕੋਸ਼ਿਸ਼ਾਂ ਸੀ ਇਹਦੇ ਨਾਲ ਕੋਈ ਨਾ ਕੋਈ ਜੋ ਦਰਸ਼ਕ ਨੇ ਇਹਦਾ ਲਾਹਾ ਵੀ ਲੈ ਸਕਦੇ ਨੇ। ਜੀ ਥੈਂਕ ਯੂ, ਥੈਂਕ ਯੂ, ਧੰਨਵਾਦ ਜੀ।